ਸੁਣੋ ਵਿਧਾਨ ਸਭਾ ਹਲਕਾ ਰੂਪਨਗਰ ਦੇ ਵੋਟਰਾਂ ਦੇ ਵਿਚਾਰ, ਕਿੱਦਾਂ ਦੀ ਹੋਵੇ ਆਉਣ ਵਾਲੀ ਸਰਕਾਰ। ਦੇਖੋ ਜੀ, ਬਾਕੀ ਸਾਰਿਆਂ ਨੇ ਕਾਫੀ ਕੁਝ ਕਰਕੇ ਦੇਖ ਲਿਆ ਸੀ ਪਿਛਲੇ ਕੁਝ ਸਾਲਾਂ 'ਚ ਦੇਖਿਆ ਹੈ। ਤੇ ਹੁਣ ਜਿਹੜਾ ਯੰਗਸਟਰ ਸਾਡਾ ਯੂਥ ਹੈ, ਠੀਕ ਹੈ ਜੀ, ਕਾਂਗਰਸੀਆਂ ਦਾ, ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਪੂਰਾ। ਅੱਜ ਦੀ ਡੇਟ 'ਚ ਇਹੀ ਚਾਹੁੰਦੇ ਆ ਕਿ ਜਿਹੜੇ ਸਰਕਾਰ ਸਾਨੂੰ ਕੋਈ ਬੈਨੀਫਿਟ ਹੋਵੇ, ਉਹੀ ਸਰਕਾਰ ਦਾ ਫਾਇਦਾ ਆਮ ਇਨਸਾਨ ਨੂੰ ਹੋਣਾ ਚਾਹੀਦਾ। ਦੇਖੋ, ਵਿਰੋਧੀਆਂ ਦਾ ਕੰਮ ਤਾਂ ਹੁੰਦਾ ਵੀ ਤੰਜ ਕੱਸਣਾ, ਪਰ ਮੈਂ ਤਾਂ ਆਮ ਬੰਦੇ ਦੀ ਤਰ੍ਹਾਂ ਤੁਹਾਨੂੰ ਦੱਸ ਰਿਹਾ। ਮੇਰਾ ਆਪਣਾ ਘਰ ਦਾ ਬਿਜਲੀ ਦਾ ਬਿੱਲ 4 ਮਹੀਨੇ ਬਾਅਦ ਘਟ ਕੇ ਆਇਆ, ਜਿਹੜਾ ਕਿ ਅੱਧੋ ਅੱਧ ਹੋ ਗਿਆ। ਮੈਂ ਇਹਨੂੰ ਲੈ ਕੇ ਬਹੁਤ ਖੁਸ਼ ਹਾਂ ਜੀ। ਦੇਖੋ ਹੁਣ ਪਿਛਲੇ ਤੁਸੀਂ ਲਾ ਲਓ, ਪਿਛਲੇ 5 ਸਾਲ ਲੰਘੇ ਹੈ ਜੀ, ਆਪ ਦੇ ਵਿਧਾਇਕ ਸੀ ਸੰਦੋਇਆ ਜੀ, ਉਹਨਾਂ ਨੇ ਕੁਝ ਕਰਿਆ? ਉਹ ਤਾਂ ਦਿਖੇ ਵੀ ਨਹੀਂ ਹੈਗੇ ਸਾਨੂੰ। ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ, ਪਰੰਤੂ ਪੰਜਾਬ ਦੇ ਲੋਕੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਅਤੇ ਕਿਸ ਤਰ੍ਹਾਂ ਦੇ ਲੀਡਰ ਚਾਹੁੰਦੇ ਨੇ, ਉਸ ਨੂੰ ਲੈ ਕੇ ਰੂਪਨਗਰ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਡੇ ਪੱਤਰਕਾਰ ਸੱਜਣ ਸਿੰਘ ਸੈਣੀ ਦੇ ਵੱਲੋਂ ਵੱਖ-ਵੱਖ ਵੋਟਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਲਓ ਤੁਸੀਂ ਵੀ ਸੁਣੋ ਵਿਧਾਨ ਸਭਾ ਹਲਕਾ ਰੂਪਨਗਰ ਦੇ ਵੋਟਰ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਨੇ। ਪੰਜਾਬ ਦੇ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਮਹਿਜ 9 ਦਿਨ ਰਹਿ ਗਏ ਆ ਚੋਣਾਂ ਨੂੰ, ਤੇ ਹਲਕਾ ਰੂਪਨਗਰ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਕਾਫੀ ਤੇਜ਼ੀ ਲਿਆਂਦੀ ਗਈ ਹੈ। ਸੋ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਰੂਪਨਗਰ ਦੀ, ਤਾਂ ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਜੋ ਉਮੀਦਵਾਰ ਐਲਾਨਿਆ ਗਿਆ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਐਲਾਨਿਆ ਗਿਆ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਸਾਬਕਾ ਸਿੱਖਿਆ ਮੰਤਰੀ ਰਹਿ ਚੁੱਕੇ ਨੇ, ਤੇ ਆਮ ਆਦਮੀ ਪਾਰਟੀ ਤੋਂ ਦਿਨੇਸ਼ ਚੱਡਾ ਜੋ ਕਿ ਵਕੀਲ ਪੇਸ਼ੇ ਤੋਂ ਵਕੀਲ ਨੇ। ਇਸ ਤੋਂ ਇਲਾਵਾ ਬੀਜੇਪੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ, ਤੇ ਆਜ਼ਾਦ ਉਮੀਦਵਾਰ ਦੇ ਵਜੋਂ ਜਿਹੜਾ ਬਚਿੱਤਰ ਸਿੰਘ ਜਟਾਣਾ ਜੋ ਕਿ ਸੈਣੀ ਭਾਈਚਾਰੇ ਨਾਲ ਸੰਬੰਧਿਤ ਆ, ਤੇ ਐਸਐਸਐਮ ਦੇ ਵੱਲੋਂ ਦਵਿੰਦਰ ਬਾਜਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਤੇ ਸਾਰੀਆਂ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਉਮੀਦਵਾਰ ਜਿੱਤਣ ਦੇ ਲਈ। ਸੋ ਹਲਕੇ ਦਾ ਮਿਜਾਜ ਕੀ ਹੈ, ਸਿਆਸੀ ਮਿਜਾਜ ਕੀ ਆ, ਲੋਕ ਕੀ ਸੋਚਦੇ ਨੇ, ਕਿਹੜੀ ਪਾਰਟੀ ਉੱਪਰ ਰਹੇਗੀ, ਕਿਹੜੀ ਉਮੀਦਵਾਰ ਜਿੱਤੇਗਾ ਜਾਂ ਕਿਹੜਾ ਹਾਰੇਗਾ, ਸੋ ਲੋਕਾਂ ਦੀ ਰਾਏ ਜਾਣਨ ਦੇ ਲਈ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿੱਚ, ਰੋਪੜ ਸ਼ਹਿਰ ਦੇ ਵਿੱਚ। ਸੋ ਆਓ ਚੱਲਦੇ ਹਾਂ, ਵੱਖ-ਵੱਖ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਰਾਏ ਲੈਂਦੇ ਉਹਨਾਂ ਦੀ ਕਿ ਕੀ ਕੁਝ ਸਿਆਸੀ ਮਿਜਾਜ ਹੈ ਹਲਕਾ ਰੂਪਨਗਰ ਦਾ। ਆਓ ਚੱਲਦੇ ਹਾਂ ਬਾਜ਼ਾਰ ਦੇ ਵਿੱਚ। ਸੋ ਦੁਕਾਨਦਾਰਾਂ ਦੇ ਨਾਲ ਗੱਲ ਕਰਦੇ ਹਾਂ, ਇੱਥੇ ਦੁਕਾਨਦਾਰਾਂ ਦਾ ਕੀ ਕੁਝ ਕਹਿਣਾ, ਕਿਉਂਕਿ ਦੁਕਾਨਦਾਰਾਂ ਦੇ ਕੋਲ ਰੋਜ਼ਾਨਾ ਅਨੇਕਾਂ ਲੋਕ ਆਉਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਜੀ ਵਿੱਕੀ ਹੈ ਜੀ, ਵਿੱਕੀ ਕੋਚਰ। ਕਿੰਨੇ ਸਾਲ ਤੋਂ ਦੁਕਾਨ ਕਰ ਰਹੇ ਹੋ? ਅਸੀਂ ਤੁਸੀਂ ਲਾ ਲਓ ਜੀ ਪਿਛਲੇ 40 ਸਾਲਾਂ ਤੋਂ ਕਰ ਰਹੇ ਹਾਂ ਜੀ। ਤੇ ਰੋਜ਼ਾਨਾ ਤੁਹਾਡੀ ਜਿਹੜੀ ਹੈਗੀ ਆ ਅਨੇਕਾਂ ਹੀ ਦਰਜਨਾਂ ਲੋਕ ਜਿਹੜੇ ਹੈਗੇ ਆ ਤੁਹਾਡੇ ਸੰਪਰਕ ਦੇ ਵਿੱਚ ਆਉਂਦੇ, ਗੱਲਬਾਤ ਹੁੰਦੀ ਆ, ਮਿਜਾਜ ਕੀ ਆ, ਸਿਆਸੀ ਮਿਜਾਜ ਕੀ ਆ ਹਲਕੇ ਦੇ ਲੋਕਾਂ ਦਾ? ਕਿਉਂਕਿ ਜਿਹੜਾ 20 ਜਿਹੜੀ ਹੈਗੀਆਂ ਫਰਵਰੀ ਨੂੰ ਚੋਣਾਂ ਹੋਣ ਜਾ ਰਹੀ ਹੈ ਪੰਜਾਬ ਦੀਆਂ, ਕਿਵੇਂ ਦੇਖਦੇ ਹੋ ਕੀ ਜਿਹੜਾ ਹੈਗਾ, ਕਿਸ ਤਰ੍ਹਾਂ ਦੀ ਜਿਹੜੀ ਪਾਰਟੀ ਹੋਣੀ ਚਾਹੀਦੀ ਪੰਜਾਬ ਦੇ ਵਿੱਚ, ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ? ਦੇਖੋ ਜੀ, ਬਾਕੀ ਸਾਰਿਆਂ ਨੇ ਕਾਫੀ ਕੁਝ ਕਰਕੇ ਦੇਖ ਲਿਆ ਸੀ ਪਿਛਲੇ ਕੁਝ ਸਾਲਾਂ 'ਚ ਦੇਖਿਆ ਹੈ। ਤੇ ਹੁਣ ਜਿਹੜਾ ਯੰਗਸਟਰ ਸਾਡਾ ਯੂਥ ਹੈ, ਠੀਕ ਹੈ ਜੀ, ਕਾਂਗਰਸੀਆਂ ਦਾ, ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਪੂਰਾ। ਅਸੀਂ ਤਾਂ ਕਹਿੰਦੇ ਵੀ ਉਹ ਆਉਣ ਤੇ ਕੁਝ ਨਵਾਂ ਕਰਨ। ਕਾਰਨ ਤੁਸੀਂ ਪਿਛਲੇ 111 ਦਿਨ ਲਾ ਲਓ ਚੰਨੀ ਸਰਕਾਰ ਦੇ, ਉਹਨਾਂ ਨੇ ਕਾਫੀ ਕੁਝ ਕੀਤਾ ਹੈ, ਠੀਕ ਹੈ। ਜੇ ਉਹ ਸਰਕਾਰ ਬਣਾਉਂਦੇ ਆ ਤਾਂ ਹੋਰ ਵੀ ਕੁਝ ਅੱਗੇ ਕਰਨਗੇ ਕਾਰਵਾਈ। ਬਾਕੀ ਜਿਹੜਾ ਇਹਨਾਂ ਦਾ ਮੁੱਦਾ ਸੀਗਾ ਅਕਾਲੀਆਂ ਦਾ, ਤੁਸੀਂ ਲਾ ਲਓ ਕਮੇਟੀ ਸੀਗੀ, ਤੇ ਅੱਗੋਂ ਜੀ ਸੰਧੋਆ ਸਾਹਿਬ ਸੀਗੇ ਸਾਡੇ, ਠੀਕ ਹੈ ਜੀ, ਤੁਸੀਂ ਲਾ ਲਓ ਬਈ ਵਿਧਾਇਕ ਸਾਡੇ ਸੀਗੇ ਆਮ ਆਦਮੀ ਪਾਰਟੀ ਦੇ। ਇਹਨਾਂ ਨੇ ਨਾ ਕੁਝ ਹੋਇਆ ਨਾ ਕੁਝ ਹੋਣ ਦਿੱਤਾ ਆਪਸੀ ਟਕਰਾਰ ਦੇ ਕਾਰਨ। ਇਸ ਲਈ ਰੋਪੜ ਦਾ ਵਿਕਾਸ ਕਿੱਥੋਂ ਹੋਣਾ ਸੀਗਾ? ਤੁਸੀਂ ਆਪ ਲਾ ਲਓ, ਬਿਜਲੀ ਦਾ ਮੁੱਦਾ ਲੈ ਲਓ, ਪਾਣੀ ਦਾ ਲੈ ਲਓ, ਆ ਪੁਲ ਦਾ ਮੁੱਦਾ ਲੈ ਲਓ। ਸਾਡਾ ਸਭ ਤੋਂ ਵੱਡਾ ਮੁੱਦਾ ਪੁਲ ਦਾ ਇਹੀ ਨਹੀਂ ਖੋਲ੍ਹਦੇ ਪਏ। ਇਹ ਅਕਾਲੀਆਂ ਦੇ ਸਰਕਾਰ ਦੇ ਟਾਈਮ ਤੇ ਬੰਦ ਹੋਇਆ ਹੁਣ ਪਿੱਛੇ, ਜਦੋਂ ਇਹਨਾਂ ਦੀ ਕਮੇਟੀ ਸੀ। ਇਸ ਤੋਂ ਇਲਾਵਾ ਹੋਰ ਕਿਹੜੀਆਂ ਸਮੱਸਿਆਵਾਂ ਹੈਗੀਆਂ ਸ਼ਹਿਰ ਦੀਆਂ, ਹਲਕੇ ਸ਼ਹਿਰ ਦੀਆਂ? ਬਹੁਤ ਹੈ ਜੀ, ਜਦੋਂ ਨਿਕਲੂਗੇ ਸਮੱਸਿਆ ਹੀ ਸਮੱਸਿਆ ਹੈ। ਇਹ ਤਾਂ ਹੌਲੀ ਹੌਲੀ ਅਸੀਂ ਕਹਿੰਦੇ ਵੀ ਕੋਈ ਅੱਛੀ ਸਰਕਾਰ ਆਵੇ, ਠੀਕ ਹੈ, ਕਾਂਗਰਸ ਦੀ ਸਰਕਾਰ ਆਵੇ ਜਿਹੜੀ ਅੱਗੇ ਕੰਮ ਕਰੇ, ਠੀਕ ਹੈ। ਹਾਂਜੀ, ਕੀ ਨਾਮ ਹੈ ਜੀ? ਬਸ ਕਰਤੀ ਕਰ ਲਓ। ਸੋ ਬਿਲਕੁਲ ਗੱਲ ਕਰਦੇ ਹਾਂ ਕਿ ਕਿਸੇ ਹੋਰ ਦੇ ਨਾਲ ਚੱਲਦੇ ਹਾਂ, ਕਿਉਂਕਿ ਇੱਥੇ ਦੁਕਾਨਦਾਰ ਇਹਨਾਂ ਦਾ ਰੋਜ਼ਾਨਾ ਜਿਹੜਾ ਹੈਗਾ ਕਾਫੀ ਲੋਕਾਂ ਦੇ ਨਾਲ ਸੰਪਰਕ ਰਹਿੰਦਾ। ਸੋ ਚੱਲਦੇ ਹਾਂ ਇੱਥੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੁਝ ਕਹਿਣਾ ਹੈ ਲੋਕਾਂ ਦਾ ਚੋਣਾਂ ਨੂੰ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਕੀ ਨਾਮ ਹੈ ਭਾਜੀ? ਅਮਨਪ੍ਰੀਤ ਹੈ ਜੀ। ਭਾਜੀ ਰੋਜ਼ਾਨਾ ਕਾਫੀ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹੋ, ਕਿਸ ਤਰ੍ਹਾਂ ਦਾ ਮਿਜਾਜ ਹੈਗਾ ਲੋਕਾਂ ਦਾ, ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਆ? 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ।
ਭਾਜੀ ਸਰਕਾਰ ਸਾਰੇ ਅੱਜ ਦੀ ਡੇਟ 'ਚ ਇਹੀ ਚਾਹੁੰਦੇ ਆ ਕਿ ਜਿਹੜੇ ਸਰਕਾਰ ਸਾਨੂੰ ਕੋਈ ਬੈਨੀਫਿਟ ਹੋਵੇ ਉਹੀ ਸਰਕਾਰ ਦਾ ਫਾਇਦਾ ਆਮ ਇਨਸਾਨ ਨੂੰ ਹੋਣਾ ਚਾਹੀਦਾ। ਜਿਸ ਤਰ੍ਹਾਂ ਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਪੰਜਾਬ 'ਚ ਪਿਛਲੇ ਕੁਝ ਕੁ ਦਿਨਾਂ ਤੋਂ ਆਫਟਰ ਕੈਪਟਨ ਸਾਹਿਬ ਜੋ ਵੀ ਮਾਹੌਲ ਇੱਕ ਆਮ ਇਨਸਾਨ ਚੰਨੀ ਸਾਹਿਬ ਨੇ ਪੈਦਾ ਕੀਤਾ ਹੈ, ਉਹਨੂੰ ਦੇਖ ਕੇ ਲੱਗਦਾ ਹੈ ਕਿ ਸਰਕਾਰ ਚੰਨੀ ਸਾਹਿਬ ਦੀ ਹੋਵੇ ਤਾਂ ਸਾਨੂੰ ਜ਼ਿਆਦਾ ਬੈਨੀਫਿਟ ਹੋ ਸਕਦਾ ਕਿਸੇ ਨਾ ਕਿਸੇ ਐਂਡ ਤੇ। ਕੀ ਲੱਗਦਾ ਜੇ ਦੁਬਾਰਾ ਮੰਨ ਲਓ ਮੌਕਾ ਦਿੰਦੇ ਆ ਲੋਕ ਕਰਨਗੇ ਕੁਛ? ਭਾਜੀ ਇਸੇ ਉਮੀਦ ਨਾਲ ਹੀ ਆਪਾਂ ਮੌਕਾ ਦੇਣਾ ਚਾਹੁੰਦੇ ਆ। ਆਪਣੀ ਇੰਟਰਨਲ ਫੀਲਿੰਗ ਇਹੀ ਆ ਕਿ ਵੀ ਜਿਹੜੇ ਕੁਝ ਦਿਨ ਪਿਛਲੇ 111 ਦਿਨ ਉਹਨਾਂ ਨੂੰ ਮਿਲੇ ਆ ਉਹਦੇ 'ਚ ਉਹਨਾਂ ਨੇ ਕੁਛ ਨਾ ਕੁਛ ਵਧੀਆ ਸਟੈਪ ਚੁੱਕੇ ਨੇ ਜਿਨ੍ਹਾਂ ਦਾ ਕਿ ਇੱਕ ਮਿਡਲ ਕਲਾਸ ਫੈਮਿਲੀ ਨੂੰ ਕਾਫੀ ਬੈਨੀਫਿਟ ਹੋਇਆ। ਵੈਸੇ ਸਮੱਸਿਆਵਾਂ ਕਿਹੜੀਆਂ ਹਲਕੇ ਦੀਆਂ ਜਿਹੜੀਆਂ ਜ਼ਿਆਦਾਤਰ ਮਤਲਬ ਲੋਕਾਂ ਨੂੰ ਲੱਗਦਾ ਕਿ ਹੱਲ ਹੋਣੀਆਂ ਚਾਹੀਦੀਆਂ? ਭਾਜੀ ਜਿਹੜੀ ਲੋਕਲ ਦੀ ਆਪਾਂ ਸ਼ਹਿਰੀ ਸਮੱਸਿਆ ਦੀ ਗੱਲ ਕਰੀਏ ਤਾਂ ਸਾਨੂੰ ਬਰਸਾਤੀ ਪਾਣੀ ਵਗੈਰਾ ਦੀ ਸਮੱਸਿਆ ਬਹੁਤ ਨੇ। ਉਹ ਗਲੀਆਂ ਨਾਲੀਆਂ ਦੀਆਂ ਜਿਹੜੀਆਂ ਕਿ ਬੇਸਿਕ ਸਮੱਸਿਆ ਹੈ ਉਹੀ ਸਮੱਸਿਆ ਅੱਜ ਤੱਕ ਚੱਲਦੀਆਂ ਆ ਰਹੀਆਂ, ਜਿਹੜੀਆਂ ਕਿ ਪਿਛਲੇ ਬਹੁਤ ਸਾਲਾਂ ਤੋਂ ਚੱਲਦੀਆਂ ਸੀਗੀਆਂ ਉਹੀ ਸਮੱਸਿਆ ਅੱਜ ਤੱਕ ਚੱਲਦੀਆਂ ਆ ਰਹੀਆਂ। ਤੁਸੀਂ ਵੀ ਨੌਜਵਾਨ ਇੱਕ ਜਿਹੜੀ ਹੈਗੀ ਆਮ ਤੌਰ ਤੇ ਲੋਕਾਂ ਦੇ ਵਿੱਚ ਮਾਹਰ ਜਿਹੜੇ ਕਹਿੰਦੇ ਕਿ ਜਿਹੜੇ ਸਰਕਾਰਾਂ ਨੂੰ ਚਾਹੀਦਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ, ਜਿਹੜਾ ਫ੍ਰੀ ਦੀਆਂ ਸਕੀਮਾਂ ਨਹੀਂ ਹੋਣੀਆਂ ਚਾਹੀਦੀਆਂ। ਮਤਲਬ ਲੋਕਾਂ ਨੂੰ ਪੈਰਾਂ ਤੇ ਖੜਾ ਕਰੋ, ਪਰਮਾਨੈਂਟ ਪੱਕੇ ਤੌਰ ਤੇ ਆਪਣਾ ਆਪ ਕਮਾ ਕੇ ਖਾਣ, ਮਤਲਬ ਫ੍ਰੀ ਦੀਆਂ ਸਕੀਮਾਂ ਨਹੀਂ ਹੋਣੀ ਚਾਹੀਦੀਆਂ। ਤੁਸੀਂ ਕਿਵੇਂ ਦੇਖਦੇ ਹੋ? ਭਾਜੀ ਬਿਲਕੁਲ ਸਹੀ ਗੱਲ ਆ। ਇਹ ਤਾਂ ਇੱਕ ਫ੍ਰੀ ਦੀਆਂ ਸਕੀਮਾਂ ਨਾਲ ਤਾਂ ਨੌਜਵਾਨ ਹੈਂਡੀਕੈਪਟ ਹੋ ਰਹੇ ਆ। ਜਿਹੜੇ ਪੜ੍ਹੇ ਲਿਖੇ ਨੌਜਵਾਨ ਹੈ ਕੋਈ ਨਾ ਕੋਈ ਇੰਡਸਟਰੀ ਕ੍ਰੀਏਟ ਕਰਨੀ ਚਾਹੀਦੀ ਆ। ਸਾਡੇ ਆਲੇ ਦੁਆਲੇ ਨੇੜੇ ਦੇਖਿਆ ਜਾ ਰਿਹਾ ਕਿ ਸਾਡੀਆਂ ਬਹੁਤ ਸਾਰੀਆਂ ਇੰਡਸਟਰੀਆਂ ਬੰਦ ਪਈਆਂ ਨੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਕਿ ਉਹਨਾਂ ਨੂੰ ਚਾਲੂ ਕਰਵਾਇਆ ਜਾਵੇ, ਦੁਬਾਰਾ ਤੋਂ ਰੁਜ਼ਗਾਰ ਮੁਹੱਈਆ ਕਰਾਏ ਜਾਵੇ। ਐਜ਼ ਪਰ ਕੁਆਲੀਫਿਕੇਸ਼ਨ ਹਰ ਇੱਕ ਬੰਦੇ ਨੂੰ ਰੁਜ਼ਗਾਰ ਹੋਣਾ ਚਾਹੀਦਾ ਤਾਂ ਜੋ ਬੇਰੁਜ਼ਗਾਰੀ ਘਟਦੀ ਰਹੇ। ਅੱਛਾ, ਤੁਹਾਨੂੰ ਕੀ ਲੱਗਦਾ ਰੋਪੜ ਹਲਕੇ 'ਚ ਜਿਹੜੀ ਹੈਗੀ ਕਿਸ ਤਰ੍ਹਾਂ ਦਾ ਮੁਕਾਬਲਾ ਲੱਗ ਰਿਹਾ, ਵੀ ਕਿਹਦੀ ਜ਼ਿਆਦਾ ਹਵਾ ਲੱਗ ਰਹੀ? ਤੁਹਾਨੂੰ ਕੀ ਦੇਖਦੇ? ਸਰ ਹਵਾ ਤਾਂ ਮੰਨ ਲਓ ਹਰ ਇੱਕ ਦੀ ਆਪਣੀ ਆਪਣੀ ਹਵਾ ਹੈ। ਪਿਛਲੇ ਕੁਝ ਸਾਲਾਂ 'ਚ ਅਸੀਂ ਖੁਦ ਇਨਵੋਲਵ ਸੀਗੇ। ਆਮ ਆਦਮੀ ਪਾਰਟੀ ਦੀ ਬਹੁਤ ਵਧੀਆ ਹਵਾ ਸੀਗੀ। ਸਾਨੂੰ ਵੀ ਲੱਗਦਾ ਸੀ ਕਿ ਨਵੀਂ ਪਾਰਟੀ ਆ ਸ਼ਾਇਦ ਕੁਝ ਨਾ ਕੁਝ ਬਦਲਾਵ ਲੈ ਕੇ ਆਊਗੀ। ਲੇਕਿਨ ਜੋ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਅਸੀਂ ਖੁਦ ਆਪਣੇ ਹੱਥਾਂ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ, ਪਰ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਤੇ ਜੋ ਕਲੰਕ ਲਗਵਾਇਆ ਉਹ ਸ਼ਾਇਦ ਮੈਨੂੰ ਲੱਗਦਾ ਕਿ ਦੱਸਣ ਲਾਇਕ ਨਹੀਂ ਹੈਗਾ। ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਉਹ ਇੱਕ ਸੀਨ ਕ੍ਰੀਏਟ ਕਰਿਆ ਜਾਵੇ, ਦੁਬਾਰਾ ਤੋਂ ਫਿਰ ਤੋਂ ਉਹੀ ਰਿਪੀਟ ਕਰਿਆ ਜਾਵੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੋਈ ਵਧੀਆ ਯੰਗਸਟਰ ਨੌਜਵਾਨ ਆਵੇ, ਵਧੀਆ ਪਾਰਟੀ ਦਾ ਨੌਜਵਾਨ ਹੋਵੇ ਤਾਂ ਜੋ ਨੌਜਵਾਨਾਂ ਬਾਰੇ ਸੋਚੇ। ਬਿਲਕੁਲ ਜੀ। ਹਾਂਜੀ, ਕੀ ਨਾਮ ਹੈ ਭਾਜੀ? ਮੇਰਾ ਗੁਰਜੋਤ ਸਿੰਘ ਜੀ। ਗੁਰਜੋਤ ਜੀ, ਕਿਵੇਂ ਦੇਖਦੇ ਹੋ 20 ਫਰਵਰੀ ਨੂੰ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਆ ਜਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ? ਸਰਕਾਰ ਦੇਖੋ ਜੀ ਸਾਨੂੰ ਉਹ ਚਾਹੀਦੀ ਜਿਹੜੀ ਸਾਡੇ ਕੰਮ ਕਰ ਸਕੇ, ਸਾਡੀ ਸਮੱਸਿਆਵਾਂ ਦਾ ਹੱਲ ਕਰ ਸਕੇ ਜੀ। ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਜਿਹੜੀ ਸਰਕਾਰ ਕੰਮ ਕਰੂਗੀ ਅਸੀਂ ਉਹਨੂੰ ਪੱਕੀ ਵੋਟ ਪਾਉਣੀ ਹੈ ਜੀ। ਉਧਰ ਸਮੱਸਿਆਵਾਂ ਕਿਹੜੀਆਂ ਨਾ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਸਮੱਸਿਆਵਾਂ ਹਲਕੇ ਦੀਆਂ ਗੱਲ ਕੀਤੀ ਜਾਵੇ ਤਾਂ? ਜਿਵੇਂ ਸਾਡੇ ਹਲਕੇ 'ਚ ਮੇਨ ਜਿਵੇਂ ਸਮੱਸਿਆ ਸੀਵਰੇਜ ਦੀ ਆਉਂਦੀ, ਪਾਣੀ ਦੀ ਆਉਂਦੀ, ਬਾਰਿਸ਼ ਆਉਂਦੀ ਹੈ, ਕਿੰਨਾ ਪਾਣੀ ਇਕੱਠਾ ਹੋ ਜਾਂਦਾ, ਉਹਦੀ ਨਿਕਾਸੀ ਵਾਸਤੇ ਕੋਈ ਹੱਲ ਹੋਵੇ। ਮੇਨ ਪ੍ਰੋਬਲਮ ਆ ਪੁੱਲ ਦੀ ਹੈ ਜੀ, ਪੁਰਾਣੇ ਪੁੱਲ ਦੀ, ਜਿਹੜਾ ਇਹਦੀ ਐਕਸਪਾਇਰੀ ਹੋ ਚੁੱਕੀ ਹੈ, ਪਰ ਇਹ ਫਿਰ ਵੀ ਜੇ ਖੁੱਲ੍ਹਦਾ ਬਾਜ਼ਾਰ ਨੂੰ ਕਿੰਨਾ ਫਰਕ ਪੈਂਦਾ ਕੰਮ ਦਾ। ਇਹ ਖੁੱਲ੍ਹ ਜਾਂਦਾ ਤਾਂ ਬਹੁਤ ਵਧੀਆ ਰਹਿੰਦਾ ਜੀ। ਇਹ ਤੇ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਜਿਹੜੇ ਪਹਿਲਾਂ ਕੈਪਟਨ ਸਾਹਿਬ ਰਹੇ 4.5 ਸਾਲ ਤੇ 111 ਦਿਨ, ਚਰਨਜੀਤ ਸਿੰਘ ਚੰਨੀ, ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਚਰਨਜੀਤ ਸਿੰਘ ਦੀ ਕਾਰਗੁਜ਼ਾਰੀ ਨੂੰ ਦੇਖਦੇ ਵਧੀਆ ਕੀਤਾ ਜੀ ਕੰਮ ਉਹਨਾਂ ਨੇ, ਚਾਹੇ 111 ਦਿਨ ਕੀਤਾ ਪਰ ਕੰਮ ਵਧੀਆ ਕੀਤੇ ਨੇ ਜੀ। ਜਿਵੇਂ ਪੈਟਰੋਲ ਦਾ ਪ੍ਰਾਈਸ ਡਾਊਨ ਕੀਤਾ, ਡੀਜ਼ਲ ਦਾ ਡਾਊਨ ਹੋ ਗਿਆ, ਹੋਰ ਬਿਜਲੀ ਦੇ ਰੇਟ ਘਟ ਗਏ। ਇਹ ਫਾਇਦਾ ਜੀ ਇਹਨਾਂ ਦਾ। ਜੇ ਅੱਗੇ ਵੀ ਇਹਨਾਂ ਨੂੰ ਮੌਕਾ ਦੇਵਾਂਗੇ ਤਾਂ ਵਧੀਆ ਰਹਿਣਗੇ ਜੀ। ਸੋ ਬਿਲਕੁਲ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੋਰ ਦੁਕਾਨਦਾਰ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ, ਰੋਹਿਤ ਸੈਣੀ ਨਾਮ ਹੈ ਜੀ ਮੇਰਾ। ਸਨੀ ਜੀ, ਕਿਵੇਂ ਦੇਖਦੇ ਹੋ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ? ਰੋਜ਼ਾਨਾ ਤੁਹਾਡੇ ਕੋਲ ਕਾਫੀ ਲੋਕ ਆਉਂਦੇ ਆ, ਗੱਲਬਾਤ ਵੀ ਹੁੰਦੀ ਹੋਣੀ ਹੈ, ਚਰਚਾ ਹੁੰਦੀ ਹੋਣੀ ਆਮ ਤੌਰ ਤੇ। ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਆ? ਜਿਹੜਾ ਮਤਲਬ ਕਿੱਦਾਂ ਦਾ ਜਾਂ ਵਿਕਾਸ ਜਿਹੜਾ ਹੈਗਾ ਚਾਹੁੰਦੇ ਲੋਕ? ਦਰਅਸਲ ਨਾ ਸਾਡੇ ਕੋਲ ਦੁਕਾਨਦਾਰ ਦੂਰੋਂ ਆਉਂਦੇ ਆ, ਜਿਵੇਂ ਪਿੰਡਾਂ 'ਚੋਂ ਆਲੇ ਦੁਆਲੇ ਨੂਰਪੁਰ ਬੇਦੀ ਇਲਾਕੇ ਤੋਂ ਵੀ ਆਉਂਦੇ ਆ, ਹੋਰ ਘਨੌਲੀ ਤੋਂ ਵੀ ਆਉਂਦੇ। ਉਹਨਾਂ ਨੂੰ ਦਰਅਸਲ ਚੰਨੀ ਜੀ ਦੀ ਕਾਰਜਕਾਰੀ ਤੋਂ ਬਹੁਤ ਖੁਸ਼ ਹੈ। 111 ਦਿਨਾਂ ਦੀ ਸਰਕਾਰ ਕਹਿੰਦੇ ਵੀ ਆਮ ਬੰਦੇ ਦੀ ਤਰ੍ਹਾਂ ਲੋਕਾਂ 'ਚ ਵਿਚਰਨਾ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਬਹੁਤ ਵੱਡੀ ਗੱਲ ਹੈ। ਲੋਕ ਇਹੀ ਗੱਲ ਨੂੰ ਲੈ ਕੇ ਬਹੁਤ ਖੁਸ਼ ਹੈ ਔਰ ਜੋ ਉਹਨਾਂ ਨੇ ਵਾਅਦੇ ਕੀਤੇ ਆ ਉਹ ਵੀ ਪੂਰੇ ਕਰੇ। ਵਿਰੋਧੀ ਜਿਹੜੇ ਹੈਗੇ ਉਹ ਕਹਿੰਦੇ 111 ਦਿਨਾਂ 'ਚ ਕੀ ਕਰਿਆ, ਵੀ ਜਿਹੜਾ ਹੈਗਾ ਉਹ ਸਿਰਫ ਐਲਾਨ ਹੀ ਕੀਤੇ ਆ। ਦੇਖੋ, ਵਿਰੋਧੀਆਂ ਦਾ ਕੰਮ ਤਾਂ ਹੁੰਦਾ ਵੀ ਤੰਜ ਕੱਸਣਾ, ਪਰ ਮੈਂ ਤਾਂ ਆਮ ਬੰਦੇ ਦੀ ਤਰ੍ਹਾਂ ਤੁਹਾਨੂੰ ਦੱਸ ਰਿਹਾ। ਮੇਰਾ ਆਪਣਾ ਘਰ ਦਾ ਬਿਜਲੀ ਦਾ ਬਿੱਲ 4 ਮਹੀਨੇ ਬਾਅਦ ਘਟ ਕੇ ਆਇਆ, ਜਿਹੜਾ ਕਿ ਅੱਧੋ-ਅੱਧ ਹੋ ਗਿਆ। ਮੈਂ ਇਹਨੂੰ ਲੈ ਕੇ ਬਹੁਤ ਖੁਸ਼ ਹਾਂ ਜੀ। ਤੇ ਸਾਡੇ ਪਹਿਲਾਂ ਜੋ 1-2 ਸਮੱਸਿਆਵਾਂ ਹੋਰ ਸੀ ਪਿੰਡਾਂ ਦੀਆਂ, ਉਹ ਵੀ ਕਿਸੇ ਦੇ ਲੋਨ ਸੀਗੇ 2-2 ਲੱਖ ਰੁਪਏ ਦੇ, ਉਹ ਵੀ ਮਾਫ ਹੋਏ ਆ। ਐਦਾਂ ਹੁਣ ਹਰ ਕੁਝ ਸਰਕਾਰ ਨਹੀਂ ਕਰ ਸਕਦੀ, ਕੁਝ ਆਪਣੇ ਲਈ ਵੀ ਆਪ ਵੀ ਕਰਨਾ ਪਏਗਾ। ਤੁਹਾਡਾ ਕਹਿਣ ਦਾ ਮਤਲਬ ਜੋ ਕਾਂਗਰਸ ਸਰਕਾਰ ਨੇ 111 ਦਿਨਾਂ ਦੇ ਵਿੱਚ ਚੰਨੀ ਨੇ ਕੀਤਾ, ਮਤਲਬ ਸੰਤੁਸ਼ਟ ਆ ਤੁਸੀਂ?
ਮੈਂ ਬਹੁਤ ਸੰਤੁਸ਼ਟੀ ਜ਼ਾਹਰ ਕਰਦਾ ਜੀ। ਮੈਂ ਕਹਿੰਦਾ ਜੀ ਵੀ ਜੋ ਉਹਨਾਂ ਦੇ ਐਲਾਨ ਕਰਿਆ ਨੌਕਰੀਆਂ ਦੇਣੀਆਂ, ਉਹ ਵੀ ਹਜੇ ਰਾਜਪਾਲ ਕੋਲ ਫਾਈਲ ਪਈ ਆ। ਜਿੱਦਾਂ ਬਾਕੀ ਸਾਰੇ ਮਸਲੇ ਹੱਲ ਹੋ ਕੇ ਆ ਗਏ, ਉਹ ਵੀ ਆ ਜਾਏਗਾ। ਜਿਵੇਂ ਫਿਰ ਕਾਂਗਰਸੀ ਜਿਹੜੇ ਉਮੀਦਵਾਰ ਲਗਾਤਾਰ ਅਪੀਲਾਂ ਕਰ ਰਹੇ ਕਿ ਇੱਕ ਮੌਕਾ ਦਿਓ, ਕਿਵੇਂ ਲੱਗਦਾ ਕਿ ਤੁਹਾਨੂੰ ਮੌਕਾ ਦੇਣਾ ਚਾਹੀਦਾ ਕਿ ਨਹੀਂ? ਬਿਲਕੁਲ ਦੇਣਾ ਚਾਹੀਦਾ ਜੀ। ਸੋਚਿਆ ਸਮਝਿਆ ਵਾ ਸੂਝਵਾਨ ਵਿਅਕਤੀ ਹੈ, ਬਿਲਕੁਲ ਮੌਕਾ ਦੇਣਾ ਚਾਹੀਦਾ ਜੀ ਕਾਂਗਰਸ ਨੂੰ। ਸੋ ਬਿਲਕੁਲ ਹੋਰ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੁਝ ਸਿਆਸੀ ਮਜਾਜ ਹੈ ਵਿਧਾਨ ਸਭਾ ਹਲਕਾ ਰੂਪਨਗਰ ਦਾ, ਕਿਉਂਕਿ ਚੋਣਾਂ ਨਜ਼ਦੀਕ ਆ ਰਹੀਆਂ ਨੇ। ਅੱਜ ਤੋਂ ਠੀਕ 9 ਦਿਨ ਬਾਅਦ ਜਿਹੜੀਆਂ ਹੈਗੀਆਂ ਚੋਣਾਂ ਹੋਣ ਜਾ ਰਹੀਆਂ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਆ? ਹੋਰ ਠੀਕ ਠਾਕ ਜੀ। ਕੀ ਨਾਮ ਹੈ ਜੀ? ਆਪਣਾ ਅਨਿਲ ਕੁਮਾਰ ਜੀ। ਅਨਿਲ ਕੁਮਾਰ ਜੀ, ਚੋਣਾਂ ਹੋਣ ਜਾ ਰਹੀਆਂ ਜਿਹੜੀਆਂ 20 ਤਰੀਕ ਨੂੰ, ਕਿਵੇਂ ਦੇਖਦੇ ਹੋ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਆ ਜਾਂ ਕਿੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਹੱਲ ਹੋਣਾ ਚਾਹੀਦਾ? ਇਹ ਇੱਦਾਂ ਜੀ, ਲੋਕਾਂ ਦੇ ਹਿੱਤ ਦੀ ਸਰਕਾਰ ਹੋਣੀ ਚਾਹੀਦੀ ਹੈ, ਉਹ ਲੋਕਾਂ ਦੇ ਕੰਮ ਕਰਾਵੇ, ਇਹੋ ਜਿਹੀ ਸਰਕਾਰ ਹੋਣੀ ਚਾਹੀਦੀ ਹੈ। ਤੇ ਦੁਕਾਨਦਾਰਾਂ ਦੀਆਂ ਕਿੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਤੁਸੀਂ ਚਾਹੁੰਦੇ ਹੋ ਕਿ ਹੱਲ ਹੋਣੀਆਂ ਚਾਹੀਦੀਆਂ, ਸਰਕਾਰਾਂ ਨੂੰ ਕਰਨੀ ਚਾਹੀਦੀਆਂ? ਇਹ ਇੱਦਾਂ ਜਿਸ ਤਰ੍ਹਾਂ ਇੱਕ ਉਰੇ ਪੁਲ ਦੀ ਬਹੁਤ ਤਗੜੀ ਸਮੱਸਿਆ ਹੈਗੀ ਹੈ ਕਿ ਉਰੇ ਪੁਲੇ ਨਹੀਂ ਹੈਗਾ। ਜਿਹੜੇ ਮਾਰਕੀਟ ਲੱਗਦਾ ਉਹ ਮਤਲਬ ਕਿ ਉਹਦੀ ਓਵਰਏਜ ਹੋ ਚੁੱਕਿਆ ਹੈ। ਨੰਬਰ 2 ਤੇ ਉਰੇ ਬਰਸਾਤਾਂ ਦੇ ਵਿੱਚ ਪਾਣੀ ਬਹੁਤ ਖੜ ਜਾਂਦਾ ਹੈ ਜੀ। ਬਈ ਇਹੋ ਜਿਹੀਆਂ ਸਮੱਸਿਆਵਾਂ ਜਿਹੜੀ ਦੂਰ ਹੋਣੀਆਂ ਚਾਹੀਦੀਆਂ ਨੇ। ਕਿਵੇਂ ਇਹਦੇ ਵਿੱਚ ਸਰਕਾਰਾਂ ਜਿਹੜੀਆਂ ਰਹੀਆਂ ਉਹਨਾਂ ਨੇ ਕੋਈ ਜਿਹੜਾ ਹੈਗਾ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਾਂ ਕਿੱਦਾਂ ਦੀ ਕਾਰਗੁਜ਼ਾਰੀ ਰਹੀ ਹੈ ਜਿਹੜੀਆਂ ਸਰਕਾਰਾਂ ਦੀਆਂ? ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਉਹ ਤਾਂ ਉਰੇ ਆਏ ਹੀ ਨਹੀਂ ਜੀ ਦੁਬਾਰਾ ਮੁੜ ਕੇ। ਤੇ ਹੁਣ ਜਿਹੜੀ ਆਪਾਂ ਚੰਨੀ ਸਾਹਿਬ ਕੰਨੀ ਦੇਖਦੇ ਨੇ ਕਿ ਮਤਲਬ ਕਿ ਉਹਨਾਂ ਨੇ ਕਾਫੀ ਐਲਾਨ ਕੀਤੇ ਨੇ, ਜਿਹੜੇ ਵਧੀਆ ਐਲਾਨ ਨੇ, ਆਮ ਬੰਦਿਆਂ ਨੂੰ ਬੜਾ ਫਾਇਦਾ ਹੋਇਆ ਹੈਗਾ। ਜਿਵੇਂ ਉਹਨਾਂ ਨੇ ਸੀਵਰੇਜ ਵਗੈਰਾ ਦੇ ਬਿੱਲ ਮਾਫ ਕਰਤੇ ਨੇ, ਜਿਵੇਂ ਪਾਣੀ ਦੇ ਬਿੱਲ ਮਾਫ ਕਰੇ ਨੇ, ਜਿਵੇਂ ਮਤਲਬ ਕਿ ਉਹਨਾਂ ਨੇ ਬਿਜਲੀ ਦੇ ਬਿੱਲ ਘਟਾਏ ਨੇ। ਮਤਲਬ ਕਿ ਹੋਰ ਹੋ ਸਕਦਾ ਕਿ ਹੋਰ ਆਉਣ ਵਾਲੇ ਟਾਈਮ ਵਿੱਚ ਲੋਕਾਂ ਦਾ ਸਾਡਾ ਫਾਇਦਾ ਕਰਨ ਉਹ। ਸੋ ਬਿਲਕੁਲ ਇੱਥੇ ਹੋਰ ਪਬਲਿਕ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ। ਤੁਸੀਂ ਲੋਕਲੀ ਹੋ? ਹਾਂਜੀ। ਕਿਵੇਂ ਦੇਖਦੇ ਹੋ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ? ਪੰਜਾਬ ਦੀਆਂ ਚੋਣਾਂ ਹੋਣ ਜਾ ਰਹੀਆਂ, ਇੱਕ ਤਰ੍ਹਾਂ ਦੀ ਮਤਲਬ ਵੋਟਰਾਂ ਦੀ ਜਿਹੜੀ ਹੈਗੀ ਕਿਸਮਤ ਜਿਹੜੀ ਹੈਗੀ ਆ ਸਿਆਸੀ ਪਾਰਟੀਆਂ ਦੇ ਹੱਥ ਚਲੇ ਜਾਏਗੀ 5 ਸਾਲ ਦੇ ਲਈ। ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ? ਕਿੱਦਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ? ਸਰਕਾਰ ਤਾਂ ਜੀ ਜਿਹੜੀ ਮਰਜ਼ੀ ਆਵੇ, ਬਸ ਕੰਮ ਕਰੇ, ਇਹੀ ਚਾਹੁੰਦੇ ਅਸੀਂ ਤਾਂ, ਹੋਰ ਕੁਝ ਨਹੀਂ। ਇਹੀ ਆਸ ਆ ਲੋਕਾਂ ਨੂੰ ਨਾ। ਕਿੱਦਾਂ ਦੇ ਕੰਮ ਹੋਣੇ ਚਾਹੀਦੇ? ਕੀ ਆ ਮਤਲਬ ਸਮੱਸਿਆਵਾਂ? ਜਿਹੜੇ ਆਪਣੇ ਵਿਕਾਸ ਕੰਮ ਰੁਕੇ ਪਏ ਉਹ ਕਰਨ ਆ ਕੇ, ਬਸ ਹੋਰ ਕਿਆ, ਇਹੀ ਕੁਝ ਚਾਹੁੰਦੇ ਆ। ਤੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਜਿਹੜੀਆਂ ਪਿਛਲੀ ਸਰਕਾਰਾਂ ਨੇ, ਅਕਾਲੀ ਸਰਕਾਰ ਨੇ ਤਰੱਕੀ ਤਾਂ ਕਾਫੀ ਕੀਤੀ ਸੀ ਪਹਿਲਾਂ, ਹੁਣ ਅੱਗੇ ਦੇਖ ਲਏ ਆ ਕੋਈ ਹੋਰ ਆਏਗਾ ਨਾ। ਉਹ ਤਾਂ 17 ਦੇ ਵਿੱਚ ਚਲੀ ਗਈ ਸੀ, ਹੁਣ 5 ਸਾਲ ਜਿਹੜੇ ਕਾਂਗਰਸ ਦੇ ਰਹੇ। ਉਹ ਹੁਣ ਜੇ 3 ਮਹੀਨੇ ਜਿਹੜੇ ਇਹਨਾਂ ਨੇ ਕੰਮ ਕੀਤੇ ਠੀਕ ਕੀਤੇ ਆ, ਹੁਣ ਅੱਗੇ ਵੀ ਆਸ ਹੈ ਕੋਈ ਆਏ ਸਰਕਾਰ ਆਵੇ ਤਾਂ ਦੁਬਾਰਾ ਤਰੱਕੀ ਕਰੇ ਕੋਈ। ਮਤਲਬ 3 ਮਹੀਨੇ ਜਿਹੜੇ 111 ਦਿਨ ਜਿਹੜੀ ਸੰਤੁਸ਼ਟੀ ਰਹੀ ਹੈ। ਹਾਂਜੀ ਹਾਂਜੀ, ਕੰਮ ਠੀਕ ਕੀਤੇ ਆ। ਸੋ ਬਿਲਕੁਲ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਕਹਿ ਰਹੇ ਆ ਕਿ ਜੋ 111 ਦਿਨ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੰਮਕਾਰ ਕੀਤੇ ਗਏ ਨੇ, ਉਹ ਤੋਂ ਜ਼ਿਆਦਾਤਰ ਸੰਤੁਸ਼ਟ ਜਿਹੜੇ ਨਜ਼ਰ ਆ ਰਹੇ ਨੇ। ਇੱਥੇ ਦੇ ਦੁਕਾਨਦਾਰ ਕੁਝ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ। ਸੋ ਇੱਥੇ ਹੋਰ ਗੱਲਬਾਤ ਕਰ ਲੈਂਦੇ ਹਾਂ ਦੁਕਾਨਦਾਰਾਂ ਦੇ ਨਾਲ, ਕਿਉਂਕਿ ਦੁਕਾਨਦਾਰ ਜਿਹਦਾ ਸਾਰਾ ਦਿਨ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਕੀ ਨਾਮ ਹੈ ਜੀ? ਸੁਨੀਲ ਜੀ। ਕਿੰਨੇ ਕੁ ਲੋਕ ਤੁਹਾਡੇ ਕੋਲ ਸਵੇਰ ਤੋਂ ਸ਼ਾਮ ਤੱਕ ਆਉਂਦੇ ਇੱਥੇ ਰੋਜ਼ਾਨਾ? ਸਰ ਆਉਂਦੇ ਹੀ ਰਹਿੰਦੇ ਆ, 15-20 ਬੰਦੇ ਤਾਂ ਆ ਹੀ ਜਾਂਦੇ ਆ ਰੋਜ਼ਾਨਾ। ਰੋਜ਼ਾਨਾ ਜੀ। ਅਕਸਰ ਜਿਹੜਾ ਹੈਗਾ ਚੋਣਾਂ ਦਾ ਸਮਾਂ ਚੱਲ ਰਿਹਾ, ਚੋਣ ਪ੍ਰਚਾਰ ਚੱਲ ਰਿਹਾ, ਗੱਲਬਾਤ ਵੀ ਚੱਲਦੀ ਹੋਣੀ ਹੈ। ਕਿੱਦਾਂ ਦਾ ਮਾਹੌਲ ਲੱਗ ਰਿਹਾ ਹੈ ਕਿ ਕਿੱਦਾਂ ਦੀ ਚਾਹੁੰਦੇ ਲੋਕ ਸਰਕਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸਰਕਾਰ ਤਾਂ ਦੇਖੋ ਜੀ ਉਹ ਆਣੀ ਚਾਹੀਦੀ ਹੈ ਜੀ ਜਿਹੜੀ ਲੋਕਾਂ ਦੇ ਕੰਮ ਕਰ ਸਕੇ ਜੀ। ਠੀਕ ਹੈ ਜੀ। ਜਿਸ ਤਰ੍ਹਾਂ ਕਿ ਹੁਣ ਤੁਸੀਂ ਲਗਾ ਲਓ ਵੀ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ, ਤੇ 4.5 ਸਾਲ ਦੇਖੋ ਜੀ ਕੈਪਟਨ ਜੀ ਨੇ ਕੁਝ ਕਰਿਆ ਹੀ ਨਹੀਂ। ਤੇ ਆ ਚੰਨੀ ਜੀ ਆਏ ਆ, ਜਿਵੇਂ 111 ਦਿਨ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਵਾਅਦੇ ਕਰੇ ਆ, ਵਾਅਦੇ ਪੂਰੇ ਵੀ ਹੋਏ ਆ। ਠੀਕ ਹੈ ਨਾ। ਅਸੀਂ ਤਾਂ ਇਹੀ ਚਾਹੁੰਦੇ ਆ ਵੀ ਸਰਕਾਰ ਉਹੀ ਆਵੇ ਜਿਹੜੇ ਲੋਕਾਂ ਜਿਵੇਂ ਵਾਅਦੇ ਹੋ ਰਹੇ ਆ ਉਹ ਪੂਰੇ ਹੋਣ। ਮਾਹੌਲ ਤਾਂ ਹੁਣ ਕਹਿ ਰਹੇ ਆ ਕਿ ਬਹੁਤ ਜ਼ਿਆਦਾ ਕਈ ਲੋਕ ਕਹਿੰਦੇ ਚੇਂਜ ਆਣੀ ਚਾਹੀਦੀ ਆ, ਮਤਲਬ ਝਾੜੂ ਦੀ ਬੜੀ ਹਵਾ ਹੈਗੀ ਆ, ਤੇ ਅਕਾਲੀ ਦਲ ਵਾਲੇ ਕਹਿੰਦੇ ਸਾਡੀ ਸਰਕਾਰ ਬਣਨੀ, ਉਧਰ ਬੀਜੇਪੀ ਵਾਲੇ ਕਹਿ ਰਹੇ ਆ, ਸਾਰੇ ਦਾਅਵੇ ਕਰ ਰਹੇ ਆ। ਦੇਖੋ ਜੀ ਦਾਅਵੇ ਤਾਂ ਸਾਰੀਆਂ ਪਾਰਟੀਆਂ ਨੇ ਕਰਨੇ ਹੈ ਜੀ। ਠੀਕ ਹੈ ਨਾ ਜੀ। ਪਰ ਠੀਕ ਹੈ ਜੀ, ਪਰ ਮੈਂ ਤਾਂ ਇਹੀ ਕਹੂੰਗਾ ਵੀ ਜਿਵੇਂ ਆਪਣੇ ਕਾਂਗਰਸ ਔਰ ਆਪ ਦਾ ਹੀ ਮੁਕਾਬਲਾ ਹੈਗਾ ਜੀ ਇੱਥੇ ਦਾ ਮੇਨ। ਤੇ ਹੋ ਸਕਦਾ ਜਿਵੇਂ ਢਿੱਲੋਂ ਜੀ ਕੰਮ ਹਾਰ ਕੇ ਵੀ ਉਹਨਾਂ ਨੇ ਕੰਮ ਕਰੇ ਆ, ਤਾਂ ਮੈਂ ਕਹਿੰਦਾ ਵੀ ਉਹ ਜਿੱਤ ਕੇ ਜ਼ਿਆਦਾ ਵਧੀਆ ਕੰਮ ਕਰਨਗੇ। ਤੇ ਮਤਲਬ ਕੀ ਲੱਗਦਾ ਬਰਿੰਦਰ ਢਿੱਲੋਂ ਜਿਹੜੀ ਹੈਗੀ ਆ ਲੋਕਾਂ ਦੀ ਵੋਟਰਾਂ ਦੀ ਉਮੀਦਾਂ ਤੇ ਜਿਹੜੇ ਹਾਰਨ ਤੋਂ ਬਾਅਦ ਕਿੰਨੇ ਕੁ ਖਰੇ ਉਤਰੇ, ਕਿੰਨੇ ਕੁ ਕੰਮ ਹੋਇਆ? ਦੇਖੋ ਜੀ ਹਾਰਨ ਤੋਂ ਬਾਅਦ ਦੇਖੋ ਹਰੇਕ ਨਾਲ ਮਿਲਦੇ ਜੁਲਦੇ ਰਹੇ ਆ, ਹਰੇਕ ਦੀ ਸਮੱਸਿਆ ਸੁਣੀ ਹੈ ਉਹਨਾਂ ਨੇ, ਕੰਮ ਕਰੇ ਆ। ਤੁਸੀਂ ਇਹ ਲਗਾ ਲਓ ਪਿਛਲੇ ਸਾਲ ਜਿਵੇਂ ਐਮਸੀ ਦੇ ਇਲੈਕਸ਼ਨ ਹੋਏ ਆ, ਵੀ ਆਪਣੇ ਲਾ ਲਓ ਵੀ ਸ਼ਹਿਰ ਨੇ ਪੂਰਾ ਸਮਰਥ ਕੀਤਾ ਉਹਨਾਂ ਨੂੰ, ਵੀ ਠੀਕ ਰਿਹਾ। ਇਹ ਦਾਅਵੇ ਤਾਂ ਬਾਕੀ ਪਾਰਟੀਆਂ ਵੀ, ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਵੀ ਕਹਿੰਦੇ ਰਹੇ ਵੀ ਅਸੀਂ ਰੋਕਾ ਜਾਂਦੇ ਰਹੇ ਆ, ਅਕਾਲੀ ਦਲ ਵੀ, ਹੋਰ ਵੀ ਪਾਰਟੀਆਂ ਕਹਿ ਰਹੀ ਵੀ ਅਸੀਂ ਜਾਂਦੇ ਰਹੇ। ਸਰ ਦੇਖੋ
ਹੁਣ ਪਿਛਲੇ ਤੁਸੀਂ ਲਾ ਲਓ, ਪਿਛਲੇ 5 ਸਾਲ ਲੰਘੇ ਹੈ ਜੀ, ਆਪ ਦੇ ਵਿਧਾਇਕ ਸੀ ਸੰਦੋਇਆ ਜੀ, ਉਹਨਾਂ ਨੇ ਕੁਝ ਕਰਿਆ? ਉਹ ਤਾਂ ਦਿਖੇ ਵੀ ਨਹੀਂ ਹੈਗੇ ਸਾਨੂੰ, ਇੱਕ ਵਾਰ ਵੀ ਨਹੀਂ ਦਿਖੇ ਹੈਗੇ ਵੀ ਮਾਰਕੀਟ ਦੇ ਵਿੱਚ ਵੀ ਆਏ ਹੋਣ ਜਾਂ ਕਿਤੇ ਖੜੇ ਹੋਣ, ਕਿਤੇ ਦਿਖੇ ਹੋਣ, ਕਿਤੇ ਨਹੀਂ ਦਿਖਿਆ ਜੀ। ਉੱਥੇ ਫਿਰ ਮੌਕਾ ਮੰਗ ਰਿਹਾ ਆਮ ਆਦਮੀ ਪਾਰਟੀ ਵਾਲੇ ਹੁਣ। ਮੌਕਾ ਤਾਂ ਦੇਖੋ ਜੀ ਹਰੇਕ ਨੇ ਮੰਗਣਾ ਭਾਜੀ, ਉਹ ਮੌਕਾ ਤਾਂ ਹਰੇਕ ਨੇ ਮੰਗਣਾ ਜੀ। ਉਹ ਮੌਕਾ ਤਾਂ ਮੰਗਣ ਵਾਲੇ ਅਕਾਲੀ ਦਲ ਵੀ ਮੰਗਦਾ ਹੈ ਜੀ, ਤੁਹਾਡੇ ਗੱਲ ਸਹੀ ਹੈ, ਭਾਜਪਾ ਵਾਲੇ ਵੀ ਕਹਿੰਦੇ ਹੈ, ਠੀਕ ਹੈ, ਨਹੀਂ ਢਿੱਲੋਂ ਜੀ ਵੀ ਕਹਿ ਰਹੇ ਹੈ, ਆਪ ਵਾਲੇ ਵੀ ਕਹਿ ਰਹੇ, ਮੌਕਾ ਤਾਂ ਸਭ ਨੇ ਮੰਗਣਾ ਕਿਉਂਕਿ ਉਹ ਖੜੇ ਹੈ ਜੀ ਹੁਣ। ਪਰ ਮੈਂ ਤਾਂ ਇਹੀ ਕਹਾਂਗਾ ਜੀ, ਵੋਟ ਸੋਚ ਸਮਝ ਕੇ ਪਾਓ ਆਪਣੀ, ਬੰਦਾ ਉਹ ਚੁਣੋ ਜੀ ਜਿਹੜਾ ਸਭ ਦੇ ਨਾਲ ਖੜਾ ਹੋਵੇ, ਸਭ ਦੇ ਕੰਮਾਂ 'ਚ ਅੱਗੇ ਆਵੇ। ਤੇ 111 ਦਿਨ ਦੇ ਜਿਹੜੇ ਕਾਰਜਕਾਲ ਤੋਂ ਤੁਸੀਂ ਚੰਨੀ ਸਾਹਿਬ ਦੇ ਕਿੰਨਾ ਕੁ ਸੰਤੁਸ਼ਟ ਹੋ ਕਿ ਜਿਹੜੇ ਸਿਰਫ ਐਲਾਨ ਹੋਇਆ, ਕੀ ਲੱਗਦਾ ਜ਼ਮੀਨੀ ਪੱਧਰ ਤੇ ਕੰਮ ਵੀ ਹੋਇਆ? ਦੇਖੋ ਸਰ, ਜ਼ਮੀਨੀ ਪੱਧਰ ਤੇ ਕੰਮ ਹੋਏ ਆ ਜੀ, ਤੇ ਬਿਜਲੀ ਦੇ ਰੇਟ ਘਟੇ ਆ, ਤੇ ਦੇਖੋ ਤੁਸੀਂ ਆ ਰੇਤਾ 5.5 ਰੁਪਏ, ਬਹੁਤ ਵੱਡੀ ਗੱਲ ਹੈ ਜੀ ਇਹ ਤਾਂ, ਠੀਕ ਹੈ। ਹੋਏ ਆ ਕੰਮ, ਹੋਏ ਆ ਕੰਮ, ਕਰਨਗੇ ਜੀ ਜੇ ਸਰਕਾਰ ਦੁਬਾਰਾ ਆਂਦੀ ਹੈ ਕਾਂਗਰਸ ਦੀ, ਜਿਵੇਂ ਸੀਐਮ ਫੇਸ ਵਾਸਤੇ ਚੰਨੀ ਨੂੰ ਅਨਾਉਂਸ ਕਰਿਆ ਤਾਂ ਚੰਨੀ ਕਰਨਗੇ ਕੰਮ, ਐਸੀ ਗੱਲ ਨਹੀਂ ਹੈ। ਜੇ 111 ਦਿਨ 'ਚ ਕੰਮ ਕਰ ਸਕਦੇ ਆ ਤਾਂ 5 ਸਾਲ ਤਾਂ ਬਹੁਤ ਵੱਡੀ ਗੇਮ ਹੈ। ਸੋ ਬਿਲਕੁਲ ਇਹ ਵਿਧਾਨ ਸਭਾ ਹਲਕਾ ਰੂਪਨਗਰ ਦੇ ਜਿਹੜੇ ਹੈਗੇ ਵੱਖ-ਵੱਖ ਜਿਹੜੇ ਦੁਕਾਨਦਾਰ ਹੈ, ਵੋਟਰ ਜਿਹੜੇ ਹੈਗੇ ਆਮ, ਸੋ ਉਹਨਾਂ ਨਾਲ ਗੱਲਬਾਤ ਕੀਤੀ ਆ। ਤਾਂ ਹੋਰ ਥੋੜੇ ਕੁਝ ਦੁਕਾਨਦਾਰ ਆ, ਗੱਲ ਕਰਦੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ ਜੀ? ਕੀ ਨਾਮ ਹੈ ਬਾਈ ਜੀ? ਮੇਰਾ ਨਾਮ ਹਰਜਿੰਦਰ ਸਿੰਘ। ਬਾਈ ਜੀ ਚੋਣਾਂ ਆ ਰਹੀਆਂ, ਸਾਰੀਆਂ ਸਿਆਸੀ ਪਾਰਟੀਆਂ ਆ ਰਹੀਆਂ, ਵੱਧ ਚੜ ਕੇ ਸਾਨੂੰ ਵੋਟ ਦਿਓ, ਸਾਨੂੰ ਮੌਕਾ ਦਿਓ, ਤੇ ਹੁਣ ਜਿਹੜੇ ਹੈਗੇ ਆ ਲੀਡਰ ਹੱਥ ਜੋੜ ਰਹੇ ਆ ਵੋਟਰਾਂ ਅੱਗੇ, ਪਰ ਬਾਅਦ ਚ ਲੋਕ ਕਹਿੰਦੇ ਫਿਰ ਸਾਨੂੰ 5 ਸਾਲ ਕੰਮ ਕਰਾਉਣ ਵਾਸਤੇ ਵੋਟਰਾਂ ਦੇ ਅੱਗੇ, ਲੀਡਰਾਂ ਅੱਗੇ ਹੱਥ ਜੋੜਨੇ ਪੈਂਦੇ ਆ। ਕਿੱਦਾਂ ਦੀ ਸਰਕਾਰ ਚਾਹੁੰਦੇ ਹੋ ਜਿਹੜੇ ਆਰਾਮ ਨਾਲ ਲੋਕਾਂ ਦੇ ਕੰਮ ਹੋਣ, ਜਿਹੜਾ ਲੋਕਾਂ ਨੂੰ ਰਾਹਤ ਮਿਲੇ? ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ? ਡਿਵੈਲਪਮੈਂਟ ਦੇ ਬੇਸ ਤੇ ਆਵੇ ਜੀ, ਜੌਬਸ ਦੇ ਬੇਸ ਤੇ ਆਵੇ, ਅਨਐਮਪਲੋਇਮੈਂਟ ਹੈ ਜਿਹੜੀ ਉਹਨੂੰ ਘਟਾਉਣ ਦੇ ਬੇਸ ਤੇ ਆਵੇ। ਜਿਹੜੀਆਂ ਪ੍ਰੋਬਲਮਸ ਹੈ ਸ਼ਹਿਰ ਦੀਆਂ, ਜਿਵੇਂ ਆ ਪੁਲ ਬਹੁਤ ਵੱਡੀ ਪ੍ਰੋਬਲਮ ਹੈ ਇਸ ਟਾਈਮ ਆਪਣਾ, ਇਹਦਾ ਬੇਸ ਹੋਣਾ ਚਾਹੀਦਾ। ਮਤਲਬ ਮੇਰੇ ਹਿਸਾਬ ਨਾਲ ਜਿਹੜਾ ਵੀ ਪੋਲੀਟੀਸ਼ੀਅਨ ਆਉਂਦਾ ਹੈ, ਸਾਨੂੰ 2 4 5 ਮੁੱਦੇ ਜਿਹੜੇ ਮੇਨ ਆ ਆਪਣੀ ਸਿਟੀ ਦੇ, ਉਹਨਾਂ ਨੂੰ ਸ਼ਾਰਟ ਲਿਸਟ ਕਰਕੇ ਉਹਦੇ ਬਾਰੇ ਡਿਸਕਸ ਕਰਨਾ ਚਾਹੀਦਾ ਉਹਨਾਂ ਨਾਲ, ਵੀ ਸਾਨੂੰ ਜਿਹੜਾ ਇਹਦੀ ਇੰਸ਼ੋਰਿਟੀ ਦਿੰਦਾ, ਰਲ ਮਿਲ ਕੇ ਉਹਨੂੰ ਵੋਟ ਕਰੋ। ਪੁਲ ਦਾ ਮਸਲਾ ਹੋ ਗਿਆ ਕਿ ਪੁਲ ਤੋਂ ਇਲਾਵਾ ਹੋਰ ਸਾਂਝੀਆਂ ਸਮੱਸਿਆਵਾਂ ਕਿਹੜੀਆਂ ਸ਼ਹਿਰ ਦੀਆਂ? ਡਿਵੈਲਪਮੈਂਟਸ ਹੈ ਜੀ, ਰੋਡਸ ਦੀਆਂ, ਜਿਵੇਂ ਜੈਲ ਸਿੰਘ ਕਾਲੋਨੀ ਦੀਆਂ ਰੋਡਸ ਦੀਆਂ ਪ੍ਰੋਬਲਮਸ ਹੈਗੀਆਂ, ਕਈ ਜਗ੍ਹਾ ਤੇ ਵਾਟਰ ਡਰੇਨੇਜ ਦੀ ਬੜੀ ਪ੍ਰੋਬਲਮ ਹੈ। ਉਸ ਤੋਂ ਵੀ ਵੱਧ ਕੇ ਜੌਬਸ, ਅਨਐਮਪਲੋਇਮੈਂਟ, ਇਹ ਬਹੁਤ ਵੱਡਾ ਇਸ਼ੂ ਹੈ। ਉਹਦੇ ਬੇਸ ਤੇ ਗਵਰਨਮੈਂਟ ਡਿਸਾਈਡ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ, ਨਾ ਕਿ ਵੀ ਆ ਫ੍ਰੀ ਉਹ ਫ੍ਰੀ। ਇਹ ਥੋੜਾ ਜਿਹਾ ਹੁਣ ਕਨਸੈਪਟ ਫ੍ਰੀ ਦੀ ਗੱਲ ਕੀਤੀ ਹੈ ਤੁਸੀਂ, ਆਮ ਤੌਰ ਤੇ ਜਿਹੜੇ ਸਿਆਸੀ ਮਾਹਰ ਵੀ ਆ, ਤੁਹਾਡਾ ਕੀ ਰਾਏ ਹੈਗੀ ਆ ਕਿ ਜਿਹੜੀਆਂ ਫ੍ਰੀ ਦੀਆਂ ਜਿਹੜੀਆਂ ਸਕੀਮਾਂ ਦੇਣੀਆਂ ਚਾਹੀਦੀਆਂ ਜਾਂ ਰੋਜ਼ਗਾਰ ਪੱਕਾ ਦੇਣਾ ਚਾਹੀਦਾ ਨੌਜਵਾਨਾਂ ਨੂੰ? ਜਿਹੜਾ ਫ੍ਰੀ ਵਾਲਾ ਟ੍ਰੈਂਡ ਹੈ ਨਾ, ਦੇਖੋ ਇਹ ਗਲਤ ਸੈੱਟ ਹੋਇਆ ਮੇਰੇ ਅਕੋਰਡਿੰਗਲੀ। ਮੈਨੂੰ ਇਹ ਲੱਗਦਾ ਹੈ ਕਿ ਸਾਡੀ ਸਟੇਟ ਦੀ ਨਾ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਫਾਈਨੈਂਸ਼ੀਅਲੀ। ਪਹਿਲਾਂ ਆਪਾਂ ਉਹਦੇ 'ਚੋਂ ਨਿਕਲ ਆਈਏ, ਸਰਪਲਸ ਸਾਡੇ ਕੋਲ ਸੋਰਸਿਸ ਹੋ ਜਾਣ ਆਮਦਨ ਦੇ, ਤੇ ਫਿਰ ਠੀਕ ਹੈ, ਗਰੀਬ ਨੂੰ ਫ੍ਰੀ ਦੇ ਦਿਓ ਜੇ ਸਰਪਲਸ ਹੈ। ਜਦੋਂ ਤੱਕ ਨਹੀਂ ਹੈਗਾ ਉਦੋਂ ਤੱਕ ਇਹ ਕੰਮ ਨਹੀਂ ਹੋਣੇ ਚਾਹੀਦੇ। ਪ੍ਰਾਇੋਰਟੀ ਜੌਬਸ ਨੂੰ ਦੇਣੀ ਚਾਹੀਦੀ। ਪਰ ਜਦੋਂ ਲੀਡਰਾਂ ਨੂੰ ਪੁੱਛਦੇ ਉਹ ਕਹਿੰਦੇ ਕਿਆ ਕਰੀਏ, ਫਿਰ ਕਹਿੰਦੇ ਵੋਟਾਂ ਨਹੀਂ ਪਾਉਂਦੇ ਲੋਕ ਜੇ ਨਾ ਸਕੀਮਾਂ ਦੇਈਏ। ਨਹੀਂ, ਉਹ ਸਾਡੀ ਗਲਤੀ ਹੈ, ਉਹ ਲੀਡਰਾਂ ਦੀ ਗਲਤੀ ਨਹੀਂ, ਸਾਡੀ ਗਲਤੀ ਹੈ। ਅਸੀਂ ਕਿਉਂ ਇਸ ਤਰ੍ਹਾਂ ਦੀ ਉਮੀਦ ਹੀ ਕਿਉਂ ਰੱਖਦੇ ਹਾਂ? ਆਪਣਾ ਅਮਲਾ ਉੱਦਾਂ ਦਿਮਾਗ ਸੈੱਟ ਕਰ ਲਿਆ ਉੱਥੇ ਹੀ। ਦੇਖੋ, ਜਦੋਂ ਅਸੀਂ ਆਪਣੇ ਘਰ ਦੀ ਗੱਲ ਕਰਦੇ ਹਾਂ ਨਾ ਜੀ, ਤਾਂ ਅਸੀਂ ਬਜਟ ਦੇ ਅਕੋਰਡਿੰਗਲੀ ਚੱਲਦੇ ਹਾਂ, ਵੀ ਮੇਰੀ ਇੰਨੀ ਇਨਕਮ ਹੈ, ਮੈਂ ਉਹਦੇ ਅਕੋਰਡਿੰਗਲੀ ਇੰਨਾ ਇਸ ਬੱਚੇ 'ਤੇ ਸਪੈਂਡ ਕਰਨਾ ਹੈ, ਇੰਨਾ ਇਹਦੇ 'ਤੇ ਕਰਨਾ, ਇੰਨਾ ਉਹਦੇ 'ਤੇ ਕਰਨਾ। ਤਾਂ ਅਸੀਂ ਸਟੇਟ ਨੂੰ ਆਪਣਾ ਪਰਿਵਾਰ ਕਿਉਂ ਨਹੀਂ ਸਮਝਦੇ? ਉਹਨੂੰ ਵੀ ਆਪਾਂ ਆਪਣਾ ਪਰਿਵਾਰ ਸਮਝੀਏ, ਕੰਟਰੀ ਨੂੰ ਆਪਣਾ ਪਰਿਵਾਰ ਸਮਝੀਏ। ਜੋ ਕੰਟਰੀ ਦੀਆਂ ਪ੍ਰੋਬਲਮਸ ਹੈ ਉਹਨੂੰ ਆਪਣਾ ਸਮਝੀਏ, ਸਟੇਟ ਦੀਆਂ ਪ੍ਰੋਬਲਮਸ ਨੂੰ ਆਪਣਾ ਸਮਝੀਏ। ਉੱਦਾਂ ਦੇ ਪਲਾਨ ਉਮੀਦ ਕਰੀਏ ਕਿ ਗਵਰਨਮੈਂਟ ਸਾਨੂੰ ਉਹ ਵਾਲੇ ਪਲਾਨ ਲੈ ਕੇ ਦੇਵੇ ਜਿਹਦੇ ਨਾਲ ਸਟੇਟ, ਕੰਟਰੀ ਕ੍ਰਾਈਸਿਸ 'ਚੋਂ ਬਾਹਰ ਜਾਵੇ। ਆਟੋਮੈਟਿਕਲੀ ਆਪਾਂ ਚੱਲ ਜਾਂਗੇ। ਵੈਸੇ ਤੁਸੀਂ ਕਾਫੀ ਸੁਲਝੇ ਹੋਏ ਲੱਗਦੇ ਹੋ, ਕਿਵੇਂ ਦੇ? ਮਤਲਬ ਪੰਜਾਬ ਦੇ ਵਿੱਚ ਜਿਹੜਾ ਅੱਜ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ, ਬੇਰੁਜ਼ਗਾਰੀ ਤੇ ਪਾਣੀ ਦਾ, ਜਿਹੜਾ ਪਾਣੀ ਸਾਡਾ ਖਤਮ ਹੋ ਰਿਹਾ, ਤੇ ਪਰ ਜਿਹੜੇ ਵੱਡੇ ਅਦਾਰੇ ਆ ਉਹ ਬੋਰ ਕਰ ਕਰਕੇ ਸਿੱਧਾ ਡਾਇਰੈਕਟ ਧਰਤੀ 'ਚ ਖਤਮ ਕਰ ਰਹੇ ਆ। ਕਿਵੇਂ ਦੇਖਦੇ ਇਹਨਾਂ ਮੁੱਦਿਆਂ ਨੂੰ? ਕੀ ਹੱਲ ਹੋਣਾ ਚਾਹੀਦਾ? ਕਿਸ ਤਰ੍ਹਾਂ ਹੋ ਸਕਦਾ? ਤੁਸੀਂ ਕਿਵੇਂ ਦੇਖਦੇ ਹੋ? ਪਾਲਿਸੀਜ਼ ਹੀ ਹੈ ਜੀ ਗਵਰਨਮੈਂਟ ਕੋਲ। ਕੋਈ ਜਦੋਂ ਗਵਰਨਮੈਂਟ ਕਿਸੇ ਚੀਜ਼ ਨੂੰ ਕਰਨ ਤੇ ਆ ਜਾਵੇ ਤਾਂ ਉਹ ਕਿਉਂ ਨਹੀਂ ਕਰ ਸਕਦੀ? ਪਾਣੀ ਦੀ ਪਾਲਿਸੀ ਬਣ ਸਕਦੀ ਹੈ, এনवायरमेंट ਦੀ ਪਾਲਿਸੀ ਬਣ ਸਕਦੀ ਹੈ। এনवायरमेंट ਬਹੁਤ ਵੱਡਾ ਇਸ਼ੂ ਹੈ ਆਉਣ ਵਾਲੇ ਫਿਊਚਰ ਦੇ ਲਈ। ਜਿਹੜਾ ਪੋਲਿਊਸ਼ਨ ਵੱਧ ਰਿਹਾ ਹੈ, ਇਹ ਬਹੁਤ ਵੱਡਾ ਇਸ਼ੂ ਹੈ, ਸਪੈਸ਼ਲੀ ਸਾਡੀ ਸਟੇਟ ਲਈ ਤਾਂ ਬਹੁਤ ਵੱਡਾ। ਜਿਵੇਂ ਸਾਡੇ ਪੜੋਸ ਦੇ ਵਿੱਚ ਹਿਮਾਚਲ 'ਚ ਬਹੁਤ ਜ਼ਿਆਦਾ ਇੰਡਸਟਰੀ ਡਿਵੈਲਪ ਹੋ ਰਹੀ ਹੈ, ਉਹਦਾ ਜਿੰਨਾ ਵੀ ਪੋਲਿਊਸ਼ਨ ਅਸੀਂ ਹੰਢਾ ਰਹੇ ਹਾਂ। ਤੇ ਅੱਛਾ, ਪਾਲਿਸੀ ਦੀ ਗੱਲ ਕੀਤੀ ਹੈ, ਕਾਨੂੰਨ ਹੈਗੇ ਸਾਰੇ, ਸਖਤ ਕਾਨੂੰਨ ਹੈਗੇ ਆ, ਉਸ ਦੇ ਬਾਵਜੂਦ ਇੰਪਲੀਮੈਂਟ ਨਹੀਂ ਹੁੰਦੇ। ਕਾਰਨ ਕੀ ਮੰਨਦੇ ਹੋ? ਕਿਉਂ ਨਹੀਂ ਇੰਪਲੀਮੈਂਟ ਹੁੰਦੇ? ਕਾਰਨ ਕੀ ਮੰਨਦੇ? ਦੇਖੋ, ਵੋਟ ਬੈਂਕ ਕਰਕੇ ਨਾ ਗਵਰਨਮੈਂਟ ਸੌਫਟ ਕਾਰਨਰ ਰੱਖਦੀ ਹੈ ਥੋੜ੍ਹਾ ਜਿਹਾ ਲੋਕਾਂ ਪ੍ਰਤੀ,
ਕਿ ਜੇ ਮੈਂ ਇਹਨਾਂ ਨੂੰ ਤੰਗ ਕੀਤਾ, ਇਹਨਾਂ ਪ੍ਰਤੀ ਥੋੜਾ ਸਟ੍ਰਿਕਟ ਹੋਇਆ ਤਾਂ ਮੇਰਾ ਵੋਟ ਬੈਂਕ ਜਿਹੜਾ ਡਿਸਟਰਬ ਹੋਊਗਾ। ਪਰ ਵੋਟ ਬੈਂਕ ਪਿੱਛੇ ਇੱਕ ਤਰ੍ਹਾਂ ਦੀ ਸਾਡੀ ਲਾਈਫ ਜ਼ਿੰਦਗੀ ਖਤਮ ਕਰਨ ਹੋ ਰਹੀ ਹੈ, ਉਹ ਤਾਂ ਗਲਤ ਹੈ। ਉਹ ਸਾਨੂੰ ਇੰਪਰੂਵ ਕਰਨਾ ਪਊਗਾ ਨਾ, ਸਾਨੂੰ ਸਮਝਣਾ ਪਊਗਾ ਵੀ ਰੂਲ ਬਣੇ ਆ ਸਾਡੇ ਬੈਟਰਮੈਂਟ ਲਈ ਬਣੇ ਆ, ਅਸੀਂ ਉਹਨੂੰ ਫੋਲੋ ਕਰੀਏ। ਉਹਦੇ ਵਿੱਚ ਪੋਲੀਟੀਸ਼ੀਅਨਸ ਨਾਲੋਂ ਆਪਾਂ ਜ਼ਿਆਦਾ ਗਲਤ ਆ। ਥੋੜਾ ਜਿਹਾ ਸਾਨੂੰ ਵੀ ਆਪਣੇ ਆਪ ਨੂੰ ਇੰਪਰੂਵ ਕਰਨਾ। ਆਪਣਾ ਹੁਣ ਹਾਲਾਤ ਇਹ ਚੁੱਕੇ ਮੰਨਦੇ ਕਿ ਹਾਲਾਤ ਇਹ ਹੋ ਚੁੱਕੇ ਆ ਕਿ ਜਿਹੜਾ ਸਾਨੂੰ ਜੇ ਟ੍ਰੇਨ ਆ ਰਹੀ ਹੈ ਸਾਹਮਣੇ ਤਾਂ ਸਾਨੂੰ ਆਪਣੇ ਆਪ ਹੀ ਸਾਈਡ ਤੇ ਹਟਣਾ ਪਊਗਾ, ਆਪਣਾ ਬਚਾਅ ਆਪ ਹੀ ਕਰਨਾ ਪਊਗਾ। ਬਿਲਕੁਲ ਆਪਣਾ ਬਚਾਓ ਆਪ ਕਰਨਾ ਚਾਹੀਦਾ। ਟ੍ਰੇਨ ਨੇ ਕੋਈ ਨਹੀਂ ਕਰਨਾ ਪੈਣਾ, ਟ੍ਰੇਨ ਲਈ ਟਰੈਕ ਹੈ ਉਹਨੇ ਤਾਂ ਜਾਣਾ ਹੀ ਜਾਣਾ। ਤੇ ਹੁਣ ਮਤਲਬ ਆਪਾਂ ਦੇਖ ਲਿਆ ਵੀਰ ਜੀ, ਪੋਲੀਟੀਸ਼ੀਅਨਸ ਤੇ ਆਪਾਂ ਬਹੁਤੀਆਂ ਜ਼ਿਆਦਾ ਹੁਣ ਉਮੀਦਾਂ ਲਾ ਨਹੀਂ ਸਕਦੇ। ਤੇ ਵਧੀਆ ਵੀ ਆਪਾਂ ਆਪਣੀ ਮੰਜੀ ਥੱਲੇ ਸੋਟਾ ਫੇਰ ਕੇ ਚੱਲੀਏ। ਸੋ ਬਿਲਕੁਲ ਬਹੁਤ ਵੱਡੀ ਗੱਲ ਕਹੀ ਹੈ ਭਾਈ ਸਾਹਿਬ ਨੇ ਕਿ ਪਾਲਿਸੀਆਂ ਜਿਹੜੀਆਂ ਬਣੀਆਂ ਹੋਈਆਂ ਬਹੁਤ, ਪਰੰਤੂ ਜਿਹੜੀਆਂ ਸਰਕਾਰਾਂ ਹੈ ਉਹ ਕਿਤੇ ਨਾ ਕਿਤੇ ਆਪਣੇ ਵੋਟ ਬੈਂਕ ਨੂੰ ਦੇਖਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਦੀਆਂ। ਸੋ ਅਗਰ ਅਸੀਂ ਆਪਣੀ ਜ਼ਿੰਦਗੀ, ਆਪਣਾ ਪੌਣ ਪਾਣੀ, ਆਪਣੀ ਖੇਤੀ, ਆਪਣੀ ਧਰਤੀ ਜੇ ਬਚਾਉਣੀ ਆ ਤਾਂ ਸਾਨੂੰ ਜਿਹੜਾ ਹੈਗਾ ਜ਼ਰੂਰ ਇਹਦੇ ਵਾਸਤੇ ਅਵੇਅਰ ਹੋਣਾ ਪਵੇਗਾ, ਸਾਨੂੰ ਸਮਝਦਾਰ ਹੋਣਾ ਪੈਣਾ, ਕਿਉਂਕਿ ਅਸੀਂ ਆਪਣੇ ਹੱਥੀਂ ਆਪਣਾ ਜੀਵਨ ਖਤਮ ਕਰ ਰਹੇ ਹਾਂ। ਕਿਉਂਕਿ ਜ਼ਿਆਦਾਤਰ ਜਿਹੜੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਆ, ਅਗਰ ਇਹ ਹਾਲਾਤ ਰਹੇ ਤਾਂ ਉਹਨਾਂ ਨੂੰ ਸ਼ਾਇਦ ਪਾਣੀ ਨਹੀਂ ਮਿਲਣਾ, ਸਾਫ਼ ਵਾਤਾਵਰਨ ਨਹੀਂ ਮਿਲਣਾ। ਅਸੀਂ ਆਪਣੇ ਹੱਥੀਂ ਆਪਣੀ ਪੀੜ੍ਹੀ ਨੂੰ ਜ਼ਹਿਰ ਦੇ ਕੇ ਜਾ ਰਹੇ ਹਾਂ, ਇਹ ਸੋਚਣਾ ਚਾਹੀਦਾ ਸਭ ਨੂੰ। ਸੋ ਆਓ ਗੱਲ ਕਰਦੇ ਹਾਂ ਹੋਰ ਵੀ ਵੋਟਰਾਂ ਦੇ ਨਾਲ ਕੀ ਕੁਝ ਜਿਹੜਾ ਹੈਗਾ ਕਹਿਣਾ ਵੋਟਰਾਂ ਦਾ। ਕੀ ਹਾਲ ਚਾਲ ਹੈ ਬਾਈ ਜੀ? ਮੈਨੂੰ ਲੈ ਜਾ। ਅੱਛਾ, ਤੁਹਾਨੂੰ ਨਹੀਂ ਪਤਾ ਹੈਗਾ। ਸੋ ਬਿਲਕੁਲ ਜੀ, ਇੱਥੇ ਹੋਰ ਗੱਲ ਕਰ ਲੈਂਦੇ ਹਾਂ ਜੀ। ਸੋ ਵੋਟਾਂ ਨੂੰ ਲੈ ਕੇ ਕੀ ਕੁਝ ਰੁਝਾਨ ਨੇ ਹਲਕੇ ਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ ਬਾਈ ਜੀ? ਆ ਦਿਓ 2 ਮਿੰਟ ਇੱਧਰ। ਕੀ ਨਾਮ ਆ ਭਾਜੀ? ਜੈ ਸਿੰਘ ਹੈ ਜੀ ਨਾਮ। ਅੱਛਾ, ਕਿੰਨੇ ਕੁ ਲੋਕਾਂ ਨਾਲ ਰੋਜ਼ਾਨਾ ਤੁਸੀਂ ਮਿਲਦੇ ਹੋ? ਸਾਡੇ ਕੋਲ ਕਸਟਮਰ ਆਉਂਦੇ ਆ ਰੋਜ਼ਾਨਾ? ਬਥੇਰੇ ਕਸਟਮਰ ਆਉਂਦੇ ਨੇ ਜੀ, ਬਿਲਕੁਲ। ਅੱਛਾ, ਅੱਜ ਕੱਲ ਤਾਂ ਫਿਰ ਜਿਹੜੀ ਗੱਲਬਾਤ ਜ਼ਿਆਦਾਤਰ ਚਰਚਾ ਵੋਟਾਂ ਦੀ। ਅੱਜ ਕੱਲ ਵੋਟਾਂ ਦੀ ਹੋਈ ਚਰਚਾ ਹੈ ਜੀ, ਬਿਲਕੁਲ ਬਿਲਕੁਲ। ਅੱਛਾ, ਕੀ ਮਾਹੌਲ ਦੇਖਦੇ ਹੋ? ਕਿੱਦਾਂ ਦਾ ਮਾਹੌਲ ਹੈਗਾ? ਮਤਲਬ ਲੋਕ ਕਿੱਦਾਂ ਦੀ ਹੈ? ਤੁਸੀਂ ਕਿੱਦਾਂ ਦੀ ਸਰਕਾਰ ਚਾਹੁੰਦੇ ਹੋ? ਕਿੱਦਾਂ ਦੇ ਸਮੱਸਿਆਵਾਂ ਹੈਗੀਆਂ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ? ਸਰਕਾਰ ਕਿੱਦਾਂ ਦੀ ਹੋਵੇ? ਸਰਕਾਰ ਤੇ ਘੱਟੋ ਘੱਟ ਇੱਕ ਆਮ ਪਬਲਿਕ ਦੇ ਹਿਸਾਬ ਨਾਲ ਸੋਚੇ ਵੀ ਛੋਟੇ ਤਬਕੇ ਨੂੰ ਕਿਵੇਂ ਅਸੀਂ ਸਹੂਲਤ ਦੇ ਸਕਦੇ ਹਾਂ। ਵੱਡਿਆਂ ਕੋਲ ਤੇ ਵੈਸੇ ਵੀ ਹਿਸਾਬ ਕਿਤਾਬ ਠੀਕ ਹੀ ਹੁੰਦਾ, ਕੋਈ ਲੋੜ ਨਹੀਂ ਪੈਂਦੀ ਹੈਗੀ। ਤੇ ਅੱਜ ਕੱਲ ਤੇ ਮਾਹੌਲ ਤੇ ਮਿਲਿਆ ਜੁਲਿਆ ਹੀ ਚੱਲ ਰਿਹਾ ਜੀ। ਸਿਆਸੀ ਪਾਰਟੀਆਂ ਤਾਂ ਕਹਿੰਦੀਆਂ ਛੋਟੇ ਤਬਕੇ ਵਾਸਤੇ ਤਾਂ ਅਸੀਂ ਸਕੀਮਾਂ ਚਲਾਈਆਂ ਹੋਈਆਂ ਫਰੀ ਦੀਆਂ ਬਹੁਤ। ਪਰੇਸ਼ਾਨ ਤੇ ਛੋਟਾ ਤਬਕਾ ਹੀ ਹੈ ਤੁਹਾਨੂੰ ਵੀ ਪਤਾ ਹੀ ਹੈ, ਸਾਰਿਆਂ ਨੂੰ ਹੀ ਪਤਾ, ਪਰੇਸ਼ਾਨ ਤੇ ਛੋਟਾ ਤਬਕਾ ਹੀ ਰਹਿੰਦਾ। ਪਰੇਸ਼ਾਨੀ ਕਹਿੰਦੇ ਹੋ ਤੁਸੀਂ, ਕਿਸ ਤਰ੍ਹਾਂ ਦੀ ਪਰੇਸ਼ਾਨੀ ਜ਼ਿਆਦਾ? ਹੁਣ ਦੇਖੋ ਐਜ ਕਿ ਬਜਟ ਵੀ ਆਇਆ, ਲੇਕਿਨ ਉਹਨਾਂ ਨੇ ਕੋਈ ਮਿਡਲ ਕਲਾਸ ਬਾਰੇ ਕੁਝ ਨਹੀਂ ਸੋਚਿਆ। ਅਸੀਂ ਲੋਕੀ ਤੇ ਮਿਡਲ ਕਲਾਸ 'ਚ ਹੀ ਆਉਂਦੇ ਆ ਨਾ, ਉਹਨਾਂ ਬਾਰੇ ਤਾਂ ਕੋਈ ਗੌਰ ਨਹੀਂ ਕੀਤੀ ਗਈ। ਤੇ ਮੇਨ ਤੇ ਮਿਡਲ ਕਲਾਸ ਹੀ ਪਿਸਦਾ ਜ਼ਿਆਦਾਤਰ ਹਰ ਜਗ੍ਹਾ। ਬਜਟ ਦਾ ਜਿਹੜਾ ਹੈਗਾ ਵੈਸੇ ਸੈਂਟਰ ਦਾ, ਪੰਜਾਬ ਦਾ ਤਾਂ ਖੈਰ ਥੱਲੇ ਆਉਣਾ ਹੈ, ਪਰ ਆਪਾਂ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਕਿਵੇਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਹੈਗੇ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ? ਜਾਂ ਰੋਪੜ ਹਲਕੇ ਦੀ ਗੱਲ ਕਰੀਏ, ਰੋਪੜ ਹਲਕੇ ਦੀਆਂ ਕਿਹੜੀਆਂ ਸਮੱਸਿਆਵਾਂ ਹੈ? ਦੁਕਾਨਦਾਰਾਂ ਦੀ ਕਿਸ ਤਰ੍ਹਾਂ ਦੀ ਸਮੱਸਿਆਵਾਂ? ਬਿਜਲੀ, ਪਾਣੀ, ਸੜਕਾਂ ਮੇਨ ਸਾਡੀਆਂ ਤੇ ਆਹੀ ਸਮੱਸਿਆਵਾਂ ਨੇ। ਸੜਕਾਂ ਸਾਡੀਆਂ ਦਾ ਹੀ ਬੁਰਾ ਹਾਲ ਹੈ। ਰੋਪੜ ਵੱਲ ਤੇ ਕੋਈ ਦਿੰਦਾ ਹੀ ਨਹੀਂ, ਤਵੱਜੋ ਹੀ ਨਹੀਂ ਦਿੰਦਾ ਰੋਪੜ ਨੂੰ, ਤੇ ਕੋਈ ਗੌਰ ਹੀ ਨਹੀਂ ਕਰਦਾ। ਫਿਰ ਰੋਪੜ ਦੀ ਇਹੀ ਤੇ ਸਮਝ ਨਹੀਂ ਆਉਂਦੀ ਸਾਨੂੰ ਕਿਉਂ ਨਹੀਂ ਕਰ ਰਿਹਾ। ਹੁਣ ਵੀ ਦੇਖੋ ਪਾਰਟੀਆਂ ਆਈਆਂ ਨੇ, ਦੇਖੋ ਹੁਣ ਕੌਣ ਐਤਕੀ ਕਰਦਾ, ਪਰ ਰੁਝਾਨ ਸਾਰਿਆਂ ਦਾ ਹੀ ਮਿਲਿਆ ਜੁਲਿਆ। ਹੁਣ ਸਮਝ ਨਹੀਂ ਆ ਰਹੀ ਕਿ ਕੌਣ ਐਤਕੀ ਅੱਗੇ ਗਰੋਥ ਕਰੇਗਾ, ਕੌਣ ਨਹੀਂ ਕਰੇਗਾ। ਲੱਗਦਾ ਐਤਕੀ ਖਿਚੜੀ ਪੱਕੂ ਲੱਗਦਾ? ਖਿਚੜੀ ਪੱਕੂਗੀ ਬਿਲਕੁਲ ਐਤਕੀ ਦੇ ਐਤਕੀ ਤੇ ਖਿਚੜੀ ਵਾਲਾ ਹੀ ਕੰਮ ਚੱਲ ਰਿਹਾ ਜੀ, ਬਿਲਕੁਲ। ਵੋਟਰ ਵੀ ਸ਼ਸ਼ੋ ਪੰਚ ਆ? ਵੋਟਰ ਹੀ ਸਸ਼ੋ ਪੰਚ ਨੇ ਇਸ ਟਾਈਮ ਕਿ ਕਿਹਨੂੰ ਵੋਟ ਪਾਈਏ। ਦੇਖੋ ਧਿਰਾਂ ਸਾਰੀਆਂ ਹੀ ਠੀਕ ਚੱਲ ਰਹੀਆਂ ਨੇ, ਕਾਂਗਰਸ ਵੀ ਠੀਕ ਚੱਲ ਰਹੀ ਹੈ, ਆਪ ਵਾਲੇ ਵੀ ਠੀਕ ਚੱਲ ਰਹੇ ਨੇ। ਉਹਨਾਂ ਨੇ ਜਿਹੜੇ ਮੋਢੀ ਰੋਪੜ ਵਾਸਤੇ ਚੁਣੇ ਨੇ ਉਹ ਠੀਕ ਹੀ ਚੁਣੇ ਨੇ। ਹੁਣ ਇਹੀ ਸੋਚਾਂ 'ਚ ਪਏ ਆ ਵੀ ਕਿਹਨੂੰ ਵੋਟ ਪਾਣੀ ਚਾਹੀਦੀ ਆ, ਕਿਹੜਾ ਅੱਗੇ ਸਾਡੀ ਹੁਣ ਸੋਚੇਗਾ ਸਮਝੇਗਾ। ਹੁਣ ਆਉਣ ਵਾਲੇ ਨਤੀਜੇ ਹੀ ਦੱਸਣਗੇ ਜੀ ਹੁਣ ਆਮ ਲੋਕਾਂ ਦਾ ਕੀ ਰੁਝਾਨ ਜਾਂਦਾ ਹੈ। ਆਮ ਚਰਚਾ ਹੈਗੀ ਕਿ ਜਿਹੜੇ ਛੋਟੇ ਤਬਕੇ ਦੇ ਲੋਕ ਆ ਜਾਂ ਜਿਹੜੇ ਮੀਡੀਅਮ ਵਰਗ ਆ, ਉਹ ਜਦੋਂ ਵੋਟਾਂ ਪੈਂਦੀਆਂ ਵਿਕ ਜਾਂਦੇ ਆ ਸ਼ਰਾਬ ਦੀਆਂ ਬੋਤਲਾਂ ਤੇ ਜਾਂ ਪੈਸੇ ਲੈ ਲੈਂਦੇ ਆ। ਉਸ ਕਰਕੇ ਜਿਹੜੀਆਂ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੁੰਦਾ, ਉਹਨਾਂ ਦੇ ਕਰਕੇ ਵੀ ਆਮ ਲੋਕ ਜਿਹੜੇ ਮਿਡਲ ਲੋਕ ਆ ਉਹਨਾਂ ਨੂੰ ਵੀ ਬਾਅਦ ਚੋਂ ਪਛਤਾਣਾ ਪੈਂਦਾ। ਕਿਵੇਂ ਦੇਖਦੇ ਹੋ ਜੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਇਹ ਚੀਜ਼ ਤੇ ਕਦੀ ਸੋਚਣੀ ਨਹੀਂ ਚਾਹੀਦੀ। ਦੇਖੋ ਖਾਓ ਪੀਓ ਭਾਵੇਂ ਜਿੱਦਾਂ ਮਰਜ਼ੀ, ਪਰ ਸਾਰਿਆਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਆਫਟਰ ਆਲ ਜੇ ਅੱਛੀ ਪਾਰਟੀ ਆਏਗੀ ਤਾਂ ਹੀ ਸ਼ਹਿਰ ਦੀ ਗਰੋਥ ਹੋਏਗੀ, ਅਦਰਵਾਈਜ਼ ਕੁਝ ਨਹੀਂ ਹੋਏਗਾ। ਜੇ ਇੱਕ ਵਾਰੀ ਦੋ ਵਾਰੀ ਤੁਸੀਂ ਪੈਸੇ ਖਾ ਲੋਗੇ ਜਾਂ ਕੋਈ ਨਸ਼ਾ ਕਰ ਲੋਗੇ ਜਾਂ ਉਹਨਾਂ ਕੋਲੋਂ ਕੁਝ ਖਾ ਪੀ ਲਿਆ, ਉਹਦੇ ਨਾਲ ਕੋਈ ਐਂਡ ਤੇ ਫਿਰ ਉਹ ਹੀ ਰਹਿਣਾ ਨਾ। ਸਾਡੀ ਤੇ ਫਿਰ ਸ਼ਹਿਰ ਉੱਥੇ ਦਾ ਉੱਥੇ ਹੀ ਰਹਿ ਗਿਆ ਜੇ ਅਸੀਂ ਗਲਤ ਬੰਦੇ ਨੂੰ ਵੋਟ ਦੇਤੀ। ਔਰ ਫਿਰ ਵੀ ਜਿਹੜੇ ਨਸ਼ੇ ਕਰਾਉਣ ਵਾਲੇ ਇਹਨਾਂ ਨੂੰ ਤਾਂ ਬਿਲਕੁਲ ਵੋਟ ਨਹੀਂ ਦੇਣੀ ਚਾਹੀਦੀ। ਉਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਵੀ ਚਲੋ ਖਾ ਭਾਵੇਂ ਲਓ ਉਹਨਾਂ ਕੋਲੋਂ ਲਓ, ਪਰ ਵੋਟ ਸੋਚ ਸਮਝ ਕੇ ਪਾਓ।
ਆ ਦਿਨ ਇਹਦੇ ਵਿੱਚ ਕੋਈ ਰੋਲ ਨਹੀਂ ਹੋਣਾ ਚਾਹੀਦਾ ਕਿਸੇ ਆ ਦਿਨ ਕਿੱਦਾਂ ਲੱਗਦੇ ਆ ਕਿਉਂਕਿ ਇਸ ਟਾਈਮ ਵੋਟਰ ਜਿਹੜੇ ਹੈਗੇ ਆ ਪੂਰੇ ਪੌਂ 12 ਹੋਈ ਵੀ ਆ ਵੋਟਰਾਂ ਦੇ ਅੱਗੇ ਜਿਹੜੇ ਲੀਡਰ ਹੱਥ ਜੋੜਦੇ ਆ ਪਰ 5 ਸਾਲ ਫਿਰ ਬਾਅਦ ਦੇ ਵਿੱਚ ਵੋਟਰ ਫਿਰ ਹੱਥ ਜੋੜਦੇ ਆ। ਇਹੀ ਤੇ ਦੇਖੋ ਹੁਣ ਉਹੀ ਗੱਲ ਹੋ ਗਈ ਨਾ, ਹੁਣ ਅਸੀਂ ਆਪਣੇ ਹਿਸਾਬ ਨਾਲ ਦੇਖੋ ਆਪਣਾ ਵੋਟਰ ਨੂੰ ਵੀ ਆਪਣੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ। ਇਸ ਟਾਈਮ ਉਹਨਾਂ ਦੀ ਪਾਵਰ ਹੈ, ਇਸ ਟਾਈਮ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਮੈਂ ਆ ਕੰਮ ਕਰਵਾਣੇ ਨੇ ਜੀ, ਜੇ ਤੁਸੀਂ ਆ ਕੰਮ ਕਰ ਸਕਦੇ ਹੋ ਤਾਂ ਅਸੀਂ ਤੁਹਾਨੂੰ ਵੋਟ ਪਾਵਾਂਗੇ। ਲੇਕਿਨ ਫਿਰ 5 ਸਾਲ ਤੇ ਸਾਨੂੰ ਪਤਾ ਹੀ ਹੈ ਜੀ ਕਿਸੇ ਨੇ ਨਹੀਂ ਦਿਖਣਾ, ਹੁਣ ਤੇ ਸਾਰੇ ਹੀ ਆਉਂਦੇ ਨੇ, ਸਾਰੇ ਹੀ ਮਿਲਦੇ ਗਿਲਦੇ ਨੇ, ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ, ਐਂਡ ਫਿਰ ਨਤੀਜਾ ਸਾਡੇ ਵੱਤੇ ਤੇ ਉਹੀ ਰਹਿੰਦਾ ਕਿ ਸਾਨੂੰ ਕੋਈ ਨਹੀਂ ਦਿਖਦਾ, ਨਾ ਹੀ ਕੋਈ ਸਾਨੂੰ ਮਿਲਦਾ ਆ ਕੇ। ਜਿਹੜੀਆਂ ਪਾਰਟੀਆਂ ਵੱਲੋਂ ਐਲਾਨ ਕੀਤੇ ਜਾ ਰਹੇ ਆ ਕਿ ਮੰਨਦੇ ਹੋ ਉਹਦਾ ਜਿਹੜਾ ਲੀਗਲ ਡਾਕੂਮੈਂਟ ਇੱਕ ਐਫੀਡੈਵਿਟ ਦੇ ਤੌਰ ਤੇ ਬਣਨਾ ਚਾਹੀਦਾ ਕਿ ਜੇ ਕੋਈ ਪਾਰਟੀ ਇੱਕ ਤੈਅ ਸਮੇਂ ਦੇ ਵਿੱਚ ਉਹ ਵਾਅਦੇ ਪੂਰੇ ਨਹੀਂ ਕਰਦੀ, ਉਹਦੀ ਮਾਨਤਾ ਰੱਦ ਹੋਵੇ, ਉਹਦੀ ਉਮੀਦਵਾਰੀ ਰੱਦ ਹੋਵੇ ਤੇ ਉਹਦੀ ਸਰਕਾਰ ਜਿਹੜੀ ਹੈਗੀ ਆ ਖਤਮ ਹੋਵੇ। ਨਹੀਂ ਇੰਨੇ ਸਖਤ ਕਾਨੂੰਨ ਨਹੀਂ ਹੋਣੇ ਚਾਹੀਦੇ, ਬਟ ਇੱਕ ਲੀਗਲ ਐਕਸ਼ਨ ਜ਼ਰੂਰ ਹੋਣਾ ਚਾਹੀਦਾ ਵੀ ਜੋ ਤੁਸੀਂ ਵਾਅਦੇ ਕਰਦੇ ਪਏ ਹੋ ਤੁਸੀਂ ਪੂਰੇ ਕਰਨ ਬਾਰੇ ਕੋਈ ਸਟੈਪ ਲੈਂਦੇ ਵੀ ਪਏ ਹੋ। ਇਹ ਤੇ ਨਹੀਂ ਹੈ ਤੁਸੀਂ ਵਾਅਦੇ ਕਰਤੇ ਉਸ ਤੋਂ ਬਾਅਦ ਤੁਹਾਨੂੰ ਕਦੋਂ ਯਾਦ ਆਈ 5ਵੇਂ ਸਾਲ 'ਚ ਜਾ ਕੇ। ਜੇ ਵਾਅਦੇ ਪੂਰੇ ਨਹੀਂ ਕਰਦੇ ਫਿਰ ਐਕਸ਼ਨ ਤਾਂ ਸਟਿਕ ਬਣਦੇ। ਤੇ ਐਕਸ਼ਨ ਤੇ ਬਣਦਾ ਹੀ ਬਣਦਾ ਹੈ, ਮਤਲਬ ਇੰਨਾ ਸਟ੍ਰਿਕਟ ਐਕਸ਼ਨ ਨਹੀਂ ਨਾ ਕਹਿ ਸਕਦੇ ਤੁਸੀਂ ਕਿ ਉਹਨਾਂ ਦੀ ਉਮੀਦਵਾਰੀ ਉਹ ਖਤਮ ਕਰ ਦਿਓ, ਸਭ ਕੁਝ ਹੀ ਖਤਮ ਕਰ ਦਿਓ, ਇੰਨਾ ਲੈਵਲ ਤੱਕ ਤੇ ਕੋਈ ਵੋਟਰਾਂ ਨਾਲ ਧੋਖਾ ਜਿਹੜਾ ਧੋਖਾ ਕਰਨਾ ਵੋਟਰਾਂ ਨਾਲ ਉਹ ਵੀ ਤਾਂ ਗਲਤ ਆ। ਉਹ ਤੇ ਦੇ ਲਈ ਹਾਲ ਤੱਕ ਤੇ ਹੁੰਦਾ ਹੀ ਪਿਆ ਜੀ। ਦੇਖੋ ਪਨਿਸ਼ਮੈਂਟ ਤਾਂ ਸਖਤ ਹੀ ਚਾਹੀਦੀ ਹੈ। ਪਨਿਸ਼ਮੈਂਟ ਚਾਹੀਦੀ ਹੈ, ਇਹ ਤਾਂ ਗੱਲ ਬਿਲਕੁਲ ਜਾਇਜ਼ ਹੈ ਤੁਹਾਡੀ, ਪਨਿਸ਼ਮੈਂਟ ਚਾਹੀਦੀ ਹੈ। ਨਹੀਂ ਜਦੋਂ ਤੱਕ ਉਮੀਦਵਾਰੀ ਜੇ ਰੱਦ ਨਹੀਂ ਹੋਊਗੀ ਉਦੋਂ ਤੱਕ ਲੋਕ ਫਿਰ ਝੂਠੇ ਵਾਅਦੇ ਕਰਨ ਤੋਂ ਹਟਣਗੇ ਨਹੀਂ ਫਿਰ ਤਾਂ। ਹਾਂ ਇਹ ਵੀ ਹੈ, ਲੇਕਿਨ ਇਲੈਕਸ਼ਨ ਕਰਤਾ ਹੋਣਾ ਚਾਹੀਦਾ। ਦੇਖੋ ਇਹ ਮੈਨੀਫੈਸਟੋ ਜਿਹੜਾ ਕ੍ਰੀਏਟ ਕਰਦੇ ਨੇ ਹਰ ਵਾਰੀ, ਉਹਦੇ 'ਚ ਫਿਰ ਇਲੈਕਸ਼ਨ ਕਮਿਸ਼ਨ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਇਹਨਾਂ ਨੇ ਆ ਕੀਤਾ, ਇਹ ਵਾਕਈ ਹੋ ਸਕਦਾ ਹੈ। ਅਗਰ ਤੁਹਾਨੂੰ ਮੈਨੀਫੈਸਟੋ 'ਚ ਪਤਾ ਲੱਗ ਗਿਆ ਕਿ ਯਾਰ ਇਹ ਤੇ ਹੋ ਹੀ ਨਹੀਂ ਸਕਦਾ, ਇਹ ਐਵੇਂ ਬਿਨਾਂ ਮਤਲਬ ਤੋਂ ਇਹ ਫਤੂਰ ਜਿਹੇ ਉਡਾਉਂਦੇ ਪਏ ਨੇ। ਹੁਣ ਦੇਖੋ ਮੈਂ ਦੇਖ ਰਿਹਾ ਵਾਂ ਹੁਣ ਆਂਦਾ ਪਿਆ ਕਿ 1000 ਰੁਪਇਆ ਹਰੇਕ ਲੇਡੀਜ਼ ਦੇ ਖਾਤੇ 'ਚ ਪਏਗਾ। ਹਮਾਰੀ ਪਾਰਟੀ ਕਹਤਾ, ਦੂਜੇ ਨੇ ਕਹਤਾ ਅਸੀਂ 1500 ਪਾਵਾਂਗੇ। ਕਿਉਂ ਪਾਵਾਂਗੇ ਬਈ? ਤੁਹਾਡੇ ਕੋਲ ਇੰਨੇ ਕਿਹੜੇ ਪੈਸੇ ਫਾਲਤੂ ਨੇ ਜਿਹੜੇ ਤੁਸੀਂ 1000 ਰੁਪਇਆ ਹਰ ਮਹੀਨੇ ਕਿਸੇ ਦੇ ਖਾਤੇ 'ਚ ਪਾ ਦੋਗੇ? ਉਹਨਾਂ ਨੂੰ ਤੁਸੀਂ ਕੰਮ ਵਾਸਤੇ ਲਾਓ ਵੀ ਅਸੀਂ ਤੁਹਾਨੂੰ ਕੰਮ ਦਾਂਗੇ, ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਪੈਸੇ ਆਣਗੇ, ਖਾਤੇ 'ਚ ਆਣਗੇ, ਕੋਈ ਤੁਹਾਡਾ ਵਿਚੋਲੀਆ ਨਹੀਂ ਹੋਏਗਾ। ਆਹ ਚੀਜ਼ ਹੋਣੀ ਚਾਹੀਦੀ ਹੈ। ਇਹ ਕੀ ਹੈ ਫ੍ਰੀ ਦੇ ਪੈਸੇ ਵੰਡੀ ਜਾਓ, ਟੈਕਸ ਅਸੀਂ ਲੋਕੀ ਦਈਏ ਤੇ ਵੰਡਣ ਨੂੰ ਤੁਸੀਂ ਸਾਰੇ ਲੋਕਾਂ ਨੂੰ ਪੈਸੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਬਦਲਾਅ ਕਰਨਾ ਪਰ ਉਹ ਵੀ ਸਿਰਾਂ ਤੇ ਤੁਰ ਪਏ, ਉਹ ਵੀ ਇੱਦਾਂ ਹੀ ਐਲਾਨ ਕਰਨ ਲੱਗੇ ਫ੍ਰੀ ਵਾਲੇ। ਨਹੀਂ ਐਲਾਨ ਕਰਨ ਵਾਲੀ ਐਲਾਨ ਨੂੰ ਪੂਰੇ ਵੀ ਤੇ ਕਰਕੇ ਦਿਖਾਣ। ਆ ਫ੍ਰੀ ਵਾਲੇ ਐਲਾਨ ਨਾ ਕਰਨ, ਫ੍ਰੀ ਵਾਲੇ ਐਲਾਨ ਗਲਤ ਹੁੰਦੇ ਨੇ। ਇਹਦੇ ਨਾਲ ਤੇ ਵੋਟਰ ਤਾਂ ਸਮਝਦਾ ਬਸ ਹੁਣ ਮੈਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੈ, ਮੇਰੇ ਕੋਲ ਤੇ ਘਰ ਬੈਠੇ ਹੀ ਪੈਸੇ ਬਣਨੇ ਨੇ ਬਸ। ਇਹ ਚੀਜ਼ ਗਲਤ ਹੋ ਜਾਂਦੀ, ਇਹਦੇ 'ਚ ਫੇਰ ਫੇਕ ਹੋ ਜਾਂਦਾ ਹੈ। ਅਗਲਾ ਕਹਿੰਦਾ ਮੇਰਾ ਵੀ ਨਾਮ ਪਾ, ਮੇਰਾ ਵੀ ਨਾਮ ਪਾ, ਇਦਾਂ ਕਰ ਉੱਦਾਂ ਕਰ, ਫਿਰ ਉਹ ਦੂਸਰਾ ਹੋ ਜਾਂਦਾ ਕੰਮ, ਫਿਰ ਬਰਬਾਦ ਹੀ ਹੁੰਦਾ ਜੀ। ਦੇਖੋ ਫ੍ਰੀ ਵਾਲੇ ਪੈਸੇ ਦੇਣ ਵਾਲਾ ਅੱਜ ਦੀ ਡੇਟ 'ਚ ਕੋਈ ਟੌਪਿਕ ਨਹੀਂ ਹੈਗਾ, ਮਤਲਬ ਹੀ ਨਹੀਂ ਹੈ। ਇਹ ਚੀਜ਼ ਬਣਦੀ ਹੀ ਨਹੀਂ ਗੀ ਕਿਸੇ ਵੀ ਸਟੇਜ ਦੇ ਉੱਤੇ। ਧੰਨਵਾਦ ਬਹੁਤ ਬਹੁਤ ਤੁਹਾਡਾ। ਸੋ ਇਹ ਸਨ ਵਿਧਾਨ ਸਭਾ ਹਲਕਾ ਰੂਪਨਗਰ ਦੇ ਕੁਝ ਵੋਟਰ ਤੇ ਦੁਕਾਨਦਾਰ। ਸੋ ਇਹਨਾਂ ਨੇ ਆਪਣੀ ਗੱਲਬਾਤ ਜਿਹੜੀ ਹੈਗੀ ਆ ਰੱਖੀ ਆ, ਕਿਤੇ ਨਾ ਕਿਤੇ ਬੜੀ ਜਿਹੜੀ ਹੈਗੀ ਹੈ ਸੂਝਵਾਨ ਵੋਟਰ ਸੀ ਇਹ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੀ ਸਰਕਾਰ ਚਾਹੀਦੀ ਹੈ ਸਥਿਰ, ਜਿਹੜੀ ਪੰਜਾਬ ਦਾ ਹਲਕੇ ਦਾ ਵਿਕਾਸ ਕਰੇ, ਕਿਉਂਕਿ ਜੋ ਸਮੱਸਿਆਵਾਂ ਉਹ ਕਈ ਸਾਲਾਂ ਤੋਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਨੇ। ਸੋ ਕਈ ਜਿਹੜੇ ਹੈਗੇ ਆ ਵੋਟਰਾਂ ਨੇ ਕਾਂਗਰਸ ਦੇ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ ਉਹਨਾਂ ਦੇ 111 ਦਿਨ ਤੇ ਸੰਤੁਸ਼ਟੀ ਜਤਾਈ ਹੈ ਤੇ ਕਾਂਗਰਸ ਦੀ ਸਪੋਰਟ ਵੀ ਕੀਤੀ ਆ। ਸੋ ਹਰ ਇੱਕ ਵੋਟਰ ਦਾ ਜਿਹੜਾ ਹੈਗਾ ਆਪਣਾ ਆਪਣਾ ਅਧਿਕਾਰ ਆ, ਉਹ ਕਿਤੇ ਵੀ ਵੋਟ ਪਾ ਸਕਦਾ। ਸੋ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਕਿਸ ਪਾਰਟੀ ਨੂੰ ਵੋਟ ਪਾਣਾ ਤੇ ਕਿਸ ਨੂੰ ਜਿਤਾਣਾ, ਕਿਉਂਕਿ ਇਹ ਸਭ ਦਾ ਆਪਣਾ ਆਪਣਾ ਅਧਿਕਾਰ ਆ। ਪਰੰਤੂ ਅਪੀਲ ਜ਼ਰੂਰ ਕਰਦੇ ਹਾਂ ਵੋਟਰਾਂ ਨੂੰ ਕਿ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਭੇਦਭਾਵ ਤੋਂ ਆਪਣੀ ਵੋਟ ਜਿਹੜੀ ਹੈਗੀ ਆ ਉਹ ਇਮਾਨਦਾਰ ਤੇ ਸੂਝਵਾਨ ਜਿਹੜੇ ਹੈਗੇ ਆ ਉਮੀਦਵਾਰ ਨੂੰ ਪਾ ਕੇ ਇੱਕ ਵਧੀਆ ਸਰਕਾਰ ਬਣਾਓ, ਤਾਂ ਜੋ ਪੰਜਾਬ ਦਾ ਜੋ ਹਾਲਾਤ ਜੋ ਹੈ ਬਦ ਤੋਂ ਬੱਤਰ ਬਣੇ ਹੋਏ ਨੇ ਉਹਨਾਂ ਨੂੰ ਸੁਧਾਰਿਆ ਜਾ ਸਕੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਦਾ TVN।